ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਗੁਰੂ ਦਾ ਸਾਜਿਆ ਹੋਇਆ ਹੈ। ਖਾਲਸਾ ਗੁਰੂ ਦੀ ਫੌਜ ਹੈ। ਇਹ ਅਕਾਲ ਪੁਰਖ ਦੀ ਫੌਜ ਨਹੀਂ ਹੈ, ਕਿਉਂਕਿ ਗੁਰੂ ਨੇ ਹੀ ਇਸ ਧਰਤੀ ਉੱਤੇ ਖਾਲਸੇ ਦੀ ਸਾਜਨਾ ਕੀਤੀ ਹੈ। ਖਾਲਸੇ ਦੀ ਜਿੱਤ ਵੀ ਗੁਰੂ ਦੀ ਹੀ ਜਿੱਤ ਹੁੰਦੀ ਹੈ। ਗੁਰੂ ਧਨ ਹੈ, ਗੁਰੂ ਨੂੰ ਵਾਹ ਕਿਹਾ ਗਿਆ। ਸੈਂਟੈਂਸ ਟੂ ਸੈਂਟੈਂਸ ਵਿਚਾਰ ਕਰ ਰਹੇ ਸਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਵਿਦਾਸ ਬਾਣੀ ਦੀ। ਅਗਾਂਹ 486 ਪੰਨੇ ਉੱਤੇ ਆਸਾ ਰਾਗ ਦੀ ਬਾਣੀ ਸ਼ੁਰੂ ਹੁੰਦੀ ਹੈ। ਇਸ ਦੀ ਵਿਚਾਰ ਸ਼ੁਰੂ ਕਰਦੇ ਹਾਂ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਕੋਈ ਦੇਵੀ ਕੋਈ ਦੇਵਤਾ ਜਿਨ੍ਹਾਂ ਦੀ ਗਿਣਤੀ ਦਾ ਕੋਈ ਹਿਸਾਬ ਕਿਤਾਬ ਨਹੀਂ, ਉਹ ਰੱਬ ਨਹੀਂ, ਕਿਉਂਕਿ ਰੱਬ ਕੇਵਲ ਇੱਕ ਹੈ। ਉਹ ਹੈ ਕਿਸ ਤਰ੍ਹਾਂ ਦਾ, ਜਿਹੜਾ ਸਦਾ ਹੀ ਕਾਇਮ ਰਹਿਣ ਵਾਲਾ ਹੈ। ਕਾਰ ਦਾ ਮਤਲਬ ਹੈ ਸਦਾ ਹੀ ਜੋ ਕਾਇਮ ਹੈ, ਜੋ ਕਿਤੇ ਜਾਣ ਵਾਲਾ ਨਹੀਂ, ਲਗਾਤਾਰ ਜਿਸ ਦੀ ਪ੍ਰੈਜ਼ੈਂਸ ਹੈ, ਹੋਂਦ ਹੈ ਜਿਸ ਦੀ। ਸਤ ਉਹ ਨਿਰੋਲ ਸੱਚ ਹੈ। ਸੱਚ ਦੀ ਹੋਂਦ ਹੁੰਦੀ ਹੈ, ਉਸ ਦੀ ਹੋਂਦ ਹੈ, ਐਗਜ਼ਿਸਟੈਂਸ ਹੈ। ਗੁਰ ਪ੍ਰਸਾਦ, ਗੁਰ ਦਾ ਮਤਲਬ ਗੁਰੂ ਦੀ, ਇਹ ਸੰਬੰਧ ਕਾਰਕ ਸ਼ਬਦ ਹੈ। ਗੁਰ ਪ੍ਰਸਾਦ, ਇਹ ਸ਼ਬਦ ਕਰਨ ਕਾਰਕ ਵਿੱਚ ਵਰਤਿਆ ਗਿਆ ਹੈ। ਦੱਦੇ ਨੂੰ ਸਿਆਰੀ ਹੈ ਕਰਨ ਕਾਰਕ ਦੀ। ਇਹਦਾ ਮਤਲਬ ਹੈ ਨਾਲ, ਕਿਰਪਾ ਨਾਲ। ਤੋ ਗੁਰੂ ਦੀ ਕਿਰਪਾ ਨਾਲ ਰੱਬ ਨਾਲ ਸਾਂਝ ਬਣਦੀ ਹੈ। ਰੱਬ ਨਾਲ ਸਾਂਝ ਬਣਾਉਣ ਵਾਲਾ ਗੁਰੂ ਹੁੰਦਾ ਹੈ। ਆਸਾ ਬਾਣੀ ਸ਼੍ਰੀ ਰਵਿਦਾਸ ਜੀ ਕੀ। ਇਸ ਤਰ੍ਹਾਂ ਇਹ ਸਿਰਲੇਖ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੋਇਆ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਤੇ ਇਹਦੇ ਵਿੱਚ ਜੋ ਗਿਣੇ ਹਨ ਉਹਨਾਂ ਵਿੱਚ ਹੈ ਇੱਕ ਮ੍ਰਿਗ। ਇਹਨੂੰ ਮਿਰਗ ਨਹੀਂ ਪੜ੍ਹਿਆ ਜਾਂਦਾ, ਇਹਨੂੰ ਪੜ੍ਹਨਾ ਮ੍ਰਿਗ, ਕਿਉਂਕਿ ਪੈਰ 'ਚ ਰਾਰਾ ਆ। ਇਹ ਰਾਰਾ ਜਿਹੜਾ ਆ ਇਹਨੂੰ ਸਿਹਾਰੀ ਬੋਲੀ ਜਾਣੀ ਆ, ਤਾਂ ਬਣੂਗਾ ਮ੍ਰਿਗ। ਜੇ ਰਾਰਾ ਪੂਰਾ ਹੋਵੇ ਫੇ ਮਿਰਗ ਬਣਦਾ ਹੈ। ਹੁਣ ਨਹੀਂ ਬਣਦਾ, ਹੁਣ ਬਣਦਾ ਮ੍ਰਿਗ, ਜਿਹਦਾ ਮਤਲਬ ਹੈ ਹਿਰਨ। ਮੀਨ ਮੱਛੀ। ਭ੍ਰਿੰਗ, ਭ੍ਰਿੰਗ ਦਾ ਮਤਲਬ ਹੈ ਭੌਰਾ। ਪਤੰਗ, ਇਹ ਪਤੰਗਾ ਹੈ। ਕੁੰਚਰ, ਇਹ ਹਾਥੀ। ਤੋ ਇਹ 5 ਗਣੇ ਹਨ ਜਿਹੜੇ ਏਕ ਦੋਖ ਵਿਨਾਸ਼, ਜਿਹੜੇ ਇੱਕ ਇੱਕ ਅਵਗੁਣ ਕਰਕੇ ਨਾਸ਼ ਹੋ ਜਾਂਦੇ ਹਨ। ਇਹਨਾਂ ਸਾਰਿਆਂ ਵਿੱਚ ਕੇਵਲ ਇੱਕ ਇੱਕ ਦੋਸ਼ ਹੈ, ਇੱਕ ਇੱਕ ਅਵਗੁਣ ਹੈ, ਜਿਹਦੇ ਨਾਲ ਇਹਨਾਂ ਦਾ ਵਿਨਾਸ਼ ਹੁੰਦਾ ਹੈ। ਜਿਹੜਾ ਮ੍ਰਿਗ ਹੈ, ਇਸ ਨੂੰ ਚਸਕਾ ਹੈ ਘੰਡੇ ਹੀੜੇ ਦੀ ਆਵਾਜ਼ ਦਾ। ਘੰਡੇ ਹੀੜੇ ਦੀ ਜਦੋਂ ਆਵਾਜ਼ ਕੋਈ ਵਜਾਉਂਦਾ ਹੈ, ਨਾਦ ਕਰਦਾ ਘੰਡੇ ਹੀੜੇ ਦਾ, ਤਾਂ ਹਿਰਨ ਉਸ ਵੱਲ ਨੂੰ ਦੌੜਦਾ, ਜਿਹੜਾ ਉਹ ਪਕੜਿਆ ਜਾਂਦਾ ਹੈ, ਮਾਰਿਆ ਜਾਂਦਾ ਹੈ। ਮੀਨ ਮੱਛੀ ਹੈ। ਮੱਛੀ ਨੂੰ ਫੜਨ ਵਾਲੇ ਇੱਕ ਮਾਸ ਦੀ ਬੂਟੀ ਲਾ ਕੇ ਉਹ ਕੁੰਡੀ ਥੱਲੇ ਸੁੱਟਦੇ ਹਨ, ਤੇ ਮੱਛੀ ਨੂੰ ਹੈ ਜੀਭ ਦਾ ਚਸਕਾ, ਜ਼ੁਬਾਨ ਦਾ ਚਸਕਾ ਮੱਛੀ ਨੂੰ ਹੈ। ਇੱਕੋ ਹੀ ਇਹਦੇ ਵਿੱਚ ਅਵਗੁਣ ਹੈ ਜਿਹਦੇ ਨਾਲ ਇਹ ਪਕੜੀ ਜਾਂਦੀ ਹੈ, ਤੇ ਇਸ ਨੂੰ ਕੱਟ ਵੱਢ ਕੇ ਲੋਕ ਬਣਾਉਂਦੇ ਹਨ। ਅੱਗੇ ਆ ਗਿਆ ਭ੍ਰਿੰਗ। ਭ੍ਰਿੰਗ ਜਿਹੜਾ ਭੌਰਾ ਹੈ, ਇਹਦੇ ਵਿੱਚ ਕੇਵਲ ਇੱਕੋ ਹੀ ਇਹਦਾ ਅਵਗੁਣ ਹੈ, ਜਾਂ ਦੋਸ਼ ਕਹਿ ਲਓ। ਇਸ ਨੂੰ ਸੁੰਘਣ ਦੀ ਹੀ ਆਦਤ ਹੈ। ਕੋਈ ਫੁੱਲ ਹੋਵੇ, ਕਿਤੇ ਵੀ ਹੋਵੇ, ਉੱਥੇ ਇਹਨੇ ਸੁੰਘਣਾ ਜਾ ਕੇ। ਪਸੰਦ ਆਉਂਦਾ ਜਾਂ ਨਹੀਂ ਆਉਂਦਾ ਵੱਖਰੀ ਗੱਲ ਹੈ, ਪਰ ਇਹਨੂੰ ਵਾਦੀ ਸੁੰਘਣ ਦੀ ਹੈ, ਵਾਸ਼ਨਾ ਲੈਣੀ ਆ। ਤੇ ਇਸ ਸੁੰਘਣ ਕਰਕੇ ਹੀ ਭੌਰਾ ਜਿਹੜਾ ਹੈ ਇਹ ਫੁੱਲ ਦੇ ਵਿੱਚ ਲਪੇਟਿਆ ਜਾਂਦਾ ਹੈ, ਫੁੱਲ ਵਿੱਚ ਰਹਿ ਜਾਂਦਾ ਹੈ। ਤੇ ਫੁੱਲ ਦੀਆਂ ਪੰਖੜੀਆਂ ਜਦੋਂ
ਆਪਣਾ ਸੁੰਘਣਦੀਆਂ ਹਨ ਤੇ ਪੌਰਾ ਜਿਹੜਾ ਇਹਦੀ ਉੱਥੇ ਮੌਤ ਹੋ ਜਾਂਦੀ ਹੈ। ਅੱਗੇ ਆ ਪਤੰਗ। ਪਤੰਗ ਜਿਹੜਾ ਹੈ ਇਹਨੂੰ ਭੰਬੜ ਵੀ ਕਿਹਾ ਜਾਂਦਾ ਹੈ ਤੇ ਇਹਦਾ ਜਿਹੜਾ ਦੋਸ਼ ਹੈ, ਇਹਦਾ ਜਿਹੜਾ ਅਵਗੁਣ ਹੈ ਇਹ ਹੈ, ਇਹਨੂੰ ਚਸਕਾ ਹੈ ਲਾਈਟ ਦਾ, ਰੌਸ਼ਨੀ ਦਾ ਇਹਨੂੰ ਚਸਕਾ ਹੈ। ਜਦੋਂ ਵੀ ਦੀਵਾ ਜਗਦਾ ਹੈ ਤਾਂ ਉਸ ਦੀ ਲਾਈਟ ਹੁੰਦੀ ਆ, ਤਾਂ ਇਹ ਜਿਹੜਾ ਪਤੰਗਾ ਹੈ ਇਹ ਇੱਕਦਮ ਉਸ ਰੌਸ਼ਨੀ ਵੱਲ ਨੂੰ ਦੌੜਦਾ ਹੈ, ਲਾਈਟ ਵੱਲ ਨੂੰ ਦੌੜਦਾ ਹੈ। ਤੇ ਬਿਜਲੀ ਦੇ ਬਲਬ ਚੱਲਦੇ ਹਨ, ਉਹਨਾਂ ਉੱਤੇ ਵੀ ਇਹ ਪਤੰਗੇ ਆ ਜਾਂਦੇ ਹਨ ਤੇ ਵਾਰ-ਵਾਰ ਉਹਦੇ ਉੱਤੇ ਬੈਠਦੇ ਹਨ, ਵਾਰ-ਵਾਰ ਬੈਠਦੇ ਹਨ ਤੇ ਸੇਕ ਲੱਗ ਲੱਗ ਕੇ ਉਹਨਾਂ ਦਾ ਨੁਕਸਾਨ ਹੁੰਦਾ ਹੈ। ਜਿਹੜਾ ਦੀਵਾ ਜਗਦਾ ਹੋਵੇ, ਜਿਹਦੀ ਲਾਟ ਜਿਹੜੀ ਸਾਰਿਆਂ ਨੂੰ ਦਿਸਦੀ ਹੋਵੇ, ਪੱਧਰੀ ਹੋਵੇ, ਤਾਂ ਪਤੰਗਾ ਸਿੱਧਾ ਹੀ ਆਉਂਦਾ, ਉਸ ਲਾਟ ਦੇ ਨਾਲ ਪਿਆਰ ਹੈ ਇਹਦਾ, ਤੇ ਲਾਟ ਵਿੱਚ ਜਦੋਂ ਵੜਦਾ ਹੈ ਤੇ ਇਹਦੀ ਮੌਤ ਹੋ ਜਾਂਦੀ ਹੈ। ਤੇ ਇਹ ਜਿਹੜਾ ਭਰਿੰਗ ਹੈ, ਜਿਹੜਾ ਪਤੰਗਾ ਹੈ, ਤੇ ਇਸ ਨੂੰ ਚਸਕਾ ਹੈਗਾ ਅੱਖਾਂ ਨਾਲ ਵੇਖਣ ਦਾ, ਵੀ ਅੱਖਾਂ ਨਾਲ ਦੇਖਣਾ ਹੀ ਆ, ਕੁਛ ਹੋ ਜਾਏ, ਭਾਵੇਂ ਅੱਗ ਹੈ ਮੋਹਰੇ, ਭਾਵੇਂ ਇੱਥੇ ਅੱਗ ਦੀ ਲਾਟ ਚਮਕ ਰਹੀ ਬਲ ਰਹੀ ਹੈ, ਇਹਨੇ ਦੇਖਣੀ ਆ, ਤਾਂ ਦੇਖਦਾ ਹੀ ਇਹ ਉੱਥੇ ਮਰ ਜਾਂਦਾ। ਇਸ ਤਰ੍ਹਾਂ ਹਾਥੀ ਦੀ ਗੱਲ ਕੀਤੀ ਹੈ। ਹਾਥੀ ਜਿਹੜਾ ਹੈ ਇਹ ਐਸਾ ਹੈ ਕਿ ਜਦੋਂ ਕੋਈ ਨਕਲੀ ਹਥਣੀ ਬਣਾਉਂਦਾ ਹੈ, ਘਾਹ ਫੂਸ ਦੀ ਕਾਲ ਬੂਤ ਜਿਹੜਾ ਬਣਾ ਕੇ ਹਥਣੀ ਨੂੰ ਖੜਾ ਕਰ ਦਿੰਦੇ ਹਨ ਡੂੰਘੇ ਟੋਏ ਦੇ ਵਿੱਚ, ਤੇ ਇਹ ਹਾਥੀ ਸਮਝਦਾ ਕਿ ਇਹ ਜਿਹੜੀ ਕਾਲਬੂਤ ਕੀ ਹਸਤਨੀ ਆ ਇਹ ਅਸਲੀ ਆ, ਜਾਪਦੀ ਅਸਲੀ ਹੁੰਦੀ ਆ, ਪਰ ਉਹ ਘਾਹ ਫੂਸ ਦੀ ਬਣਾਈ ਹੁੰਦੀ ਆ, ਨਕਲੀ ਹੁੰਦੀ ਆ। ਪਰ ਹਾਥੀ ਜਿਹੜਾ ਉਹਦੇ 'ਤੇ ਮਸਤ ਹੋ ਜਾਂਦਾ ਹੈ, ਮਸਤ ਹੋ ਕੇ ਜਦੋਂ ਉਹ ਉਹਦੇ ਵੱਲ ਨੂੰ ਜਾਂਦਾ ਹੈ ਤੇ ਅੱਗੇ ਟੋਆ ਹੁੰਦਾ ਹੈ ਤੇ ਟੋਏ ਵਿੱਚ ਉਹ ਵੀ ਡਿੱਗ ਜਾਂਦਾ ਤੇ ਪਕੜਿਆ ਜਾਂਦਾ ਹੈ। ਤੋ ਇਸ ਤਰ੍ਹਾਂ ਇਹ ਜਿਹੜੇ ਹਨ, ਇਹਨਾਂ ਨੂੰ ਇੱਕ ਇੱਕ ਚਸਕਾ ਹੈ, ਇੱਕ ਇੱਕ ਇਹਨਾਂ ਨੂੰ ਅਵਗੁਣ ਹੈ, ਦੋਸ਼ ਹੈ, ਤੇ ਇਹਦੇ ਨਾਲ ਇਹਨਾਂ ਦਾ ਨਾਸ਼ ਹੋ ਜਾਂਦਾ ਹੈ, ਇਹਨਾਂ ਨਾਲ ਇਹ ਕਾਬੂ ਆ ਜਾਂਦੇ ਹਨ। ਪੰਚ ਦੋਖ ਅਸਾਧ ਜਾਮਹਿ। ਤੋ ਜਿਹਦੇ ਵਿੱਚ 5 ਦੋਸ਼ ਹੋਣ, 5 ਅਵਗੁਣ ਹੋਣ, ਤਾਂ ਉਸ ਦੀ ਕਿੰਨਾ ਕੁ ਚਿਰ ਆਸ ਕੀਤੀ ਜਾ ਸਕਦੀ ਆ, ਉਹਦਾ ਵਿਨਾਸ਼ ਤਾਂ ਹੋਣਾ ਹੀ ਹੋਣਾ। ਤੇ ਇਹ 5 ਦੋਖ ਜਿਹੜੇ ਹਨ, ਇਹਨਾਂ ਨੂੰ ਵਿਦਵਾਨਾਂ ਨੇ ਗਿਣਿਆ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਜਦੋਂ ਇਹ ਭਾਰੂ ਹੋ ਜਾਂਦੇ ਹਨ ਬੰਦੇ ਤੇ, ਤਾਂ ਬੰਦਾ ਜਿਹੜਾ ਕਿਵੇਂ ਬਚ ਸਕਦਾ ਹੈ। ਮਾਧੋ ਅਵਿਦਿਆ ਹਿਤ ਕੀਨ। ਮਾਧੋ ਸ਼ਬਦ ਜਿਹੜਾ ਇਹ ਕਾਲਪੁਰਖ ਵਾਸਤੇ ਵਰਤਿਆ ਗਿਆ ਹੈ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਹੜੇ ਰੱਬ ਦੇ ਵਾਸਤੇ, ਅਕਾਲ ਪੁਰਖ ਦੇ ਵਾਸਤੇ ਵਰਤੇ ਗਏ ਹਨ, ਤੇ ਇਹਨਾਂ ਸ਼ਬਦਾਂ ਦਾ ਜਿਹੜਾ ਭਾਵ ਹੈ ਇਹ ਅਕਾਲ ਪੁਰਖ ਲੈਣਾ ਹੁੰਦਾ ਹੈ। ਮਾਧੋ, ਰਾਮ, ਰਾਜਾ, ਤੇ ਇਸ ਤਰ੍ਹਾਂ ਦੇ ਸ਼ਬਦ ਬਹੁਤ ਸਾਰੇ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਰਵਿਦਾਸ ਬਾਣੀ ਦੇ ਵਿੱਚ ਵਰਤੇ ਗਏ ਹਨ। ਇਕੱਲੇ ਰਵਿਦਾਸ ਬਾਣੀ ਵਿੱਚ ਨਹੀਂ, ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹਨਾਂ ਸ਼ਬਦਾਂ ਦੀ ਖੂਬ ਵਰਤੋਂ ਕੀਤੀ ਗਈ ਹੈ। ਤੇ ਇਹ ਸ਼ਬਦ ਜਿਹੜੇ ਹਨ ਇਹ ਅਕਾਲ ਪੁਰਖ ਨੂੰ ਸੰਬੋਧਨ ਕਰਦੇ ਹੁੰਦੇ ਹਨ। ਤੋ ਇਸ ਤਰ੍ਹਾਂ ਜੇ ਅਸੀਂ ਇਹਨਾਂ ਨਾਵਾਂ ਦੀ ਚਰਚਾ ਕਰੀਏ ਤਾਂ ਗੁਰੂ ਰਵਿਦਾਸ ਜੀ ਨੇ ਆਪਣੇ ਜਿਹੜੇ 40 ਸ਼ਬਦ ਹਨ ਉਹਨਾਂ ਵਿੱਚ ਹੇਠ ਲਿਖੇ ਨਾਂ ਜਿਹੜੇ ਵਰਤੇ ਹਨ ਹੈਗੇ ਸਾਰੇ ਰੱਬ ਵਾਸਤੇ। ਜਿੱਦਾਂ ਰਾਮ, ਰਾਜਾ ਰਾਮ 21 ਵਾਰੀ, ਰਾਜਾ ਰਾਮਚੰਦ 1 ਵਾਰੀ, ਰਘੁਨਾਥ 1 ਵਾਰੀ, ਹਰੀ 24 ਵਾਰੀ, ਮਾਧਵ 8 ਵਾਰੀ, ਮੁਰਾਰੀ 2 ਵਾਰੀ, ਮੁਕੰਦ 14 ਵਾਰੀ, ਗੋਬਿੰਦ 4 ਵਾਰੀ। ਤੋ ਇਹਨਾਂ ਦਾ ਜਿਹੜਾ ਜੋੜ ਹੈ ਇਹ 28 ਬਣਦਾ ਹੈ। ਤੋ ਇਸ ਤਰ੍ਹਾਂ ਇਹਨਾਂ ਤੋਂ ਬਿਨਾਂ ਦੇਵ ਸ਼ਬਦ 3 ਵਾਰੀ ਵਰਤਿਆ, ਅਨੰਤ 1 ਵਾਰੀ, ਕਰਤਾ 1 ਵਾਰੀ, ਨਿਰੰਜਨ 1 ਵਾਰੀ, ਸਤਨਾਮ 1 ਵਾਰੀ, ਪ੍ਰਭ 1 ਵਾਰੀ, ਨਾਰਾਇਣ ਇਹ ਵੀ 1 ਵਾਰੀ। ਤੋ ਇਸ ਤਰ੍ਹਾਂ ਇਹ ਵੱਖ-ਵੱਖ ਜਿਹੜੇ ਨਾਮ ਵਰਤੇ ਹਨ ਇਹ ਸਾਰੇ ਰੱਬ ਨੂੰ ਸੰਬੋਧਨ ਹਨ। ਮਾਧੋ
ਵਿਦਿਆ ਹਿਤ ਕੀਨ। हे ਪ੍ਰਭੂ, ਇੱਥੋਂ ਦੇ ਜਿਹੜੇ ਲੋਕ ਹਨ ਸੰਸਾਰ ਦੇ, ਉਹਨਾਂ ਦਾ ਹਨੇਰੇ ਨਾਲ ਪਿਆਰ ਹੋ ਗਿਆ ਹੈ। ਇਹ ਪੰਜਾਂ ਦੋਸ਼ਾਂ ਦੇ ਅਧੀਨ ਹੋ ਕੇ ਇਹ ਹਨੇਰੇ ਨਾਲ ਪਿਆਰ ਕਰਨ ਲੱਗ ਪਏ ਹਨ, ਅਵਿਦਿਆ ਨਾਲ ਪਿਆਰ ਕਰਨ ਲੱਗ ਪਏ ਹਨ। ਅਵਿਦਿਆ ਦਾ ਮਤਲਬ ਅਗਿਆਨਤਾ, ਗਿਆਨ ਤੋਂ ਦੂਰ ਹੋ, ਗਿਆਨ ਦੇ ਚਾਨਣ ਤੋਂ ਦੂਰ ਹੋ ਰਹੇ ਹਨ ਅਤੇ ਹਨੇਰੇ ਅਗਿਆਨਤਾ ਨਾਲ ਇਹ ਹਿੱਤ ਕਰ ਰਹੇ ਹਨ, ਪਿਆਰ ਕਰ ਰਹੇ ਹਨ। ਵਿਵੇਕ ਦੀਪ ਮਲੀਨ। ਤੋ ਸੰਸਾਰ ਦੇ ਜੀਵਾਂ ਦਾ ਜਿਹੜਾ ਵਿਵੇਕ ਮੈਨੇ, ਜਿਹੜਾ ਗਿਆਨ ਦਾ ਦੀਵਾ ਹੈ, ਉਹ ਤਾਂ ਮਲੀਨ ਹੋ ਚੁੱਕਾ ਹੈ। ਰਹਾਉ ਤ੍ਰਿਗਦ ਜੋਨ ਅਚੇਤ ਸੰਭਵ। ਤ੍ਰਿਗਦ, ਇਹਨੂੰ ਤਿਰਗਦ ਨਹੀਂ ਕਹਾਂਗੇ, ਇਹਨੂੰ ਕਹਾਂ ਤ੍ਰਿਗਦ। ਜਿਹੜੀਆਂ ਜੂਨਾਂ, ਟੇਢੀਆਂ ਮੇਢੀਆਂ ਜੂਨਾਂ ਹਨ, ਤੇ ਜੋ ਵਿੰਗੇ ਹੋ ਕੇ ਪ੍ਰਾਣੀ ਤੁਰਦੇ ਹਨ, ਟੇਢੀਆਂ ਮੇਢੀਆਂ ਜੂਨਾਂ ਦੇ ਪਸ਼ੂ ਆਦਿਕ। ਤ੍ਰਿਗਦੀ ਜੋਨੀ ਅਚੇਤ ਸੰਭਵ, ਪੁੰਨ ਪਾਪ ਸੋਚ। ਇਸ ਤਰ੍ਹਾਂ ਪਸ਼ੂ ਆਦਿਕ ਜਿਹੜੀਆਂ ਟੇਢੀਆਂ ਜੂਨਾਂ ਹਨ, ਉਹਨਾਂ ਦੇ ਜੀਵ ਜਿਹੜੇ ਅਚੇਤ ਵਿਚਾਰਹੀਣ ਹਨ, ਉਹਨਾਂ ਨੂੰ ਕੋਈ ਵਿਚਾਰ ਨਹੀਂ ਫੁਰਦੀ। ਤੇ ਉਹਨਾਂ ਦਾ ਪਾਪ ਤੇ ਪੁੰਨ ਵੱਲੋਂ ਬੇਪਰਵਾਹ ਰਹਿਣਾ ਜਿਹੜਾ ਆ ਉਹ ਕੁਦਰਤੀ ਹੁੰਦਾ ਹੈ, ਕਿਉਂਕਿ ਇਹਨਾਂ ਨੂੰ ਸੋਚ ਵਿਚਾਰ ਨਹੀਂ ਹੈ। ਮਨੁੱਖਾ ਅਵਤਾਰ ਦੁਰਲਭ ਤੀ ਸੰਗਤ ਪੋਚ। ਪਰ ਮਨੁੱਖ ਜਿਹੜਾ ਆ, ਇਹਦਾ ਜਿਹੜਾ ਜਨਮ ਹੈ ਇਹ ਤਾਂ ਦੁਰਲਭ ਹੈ, ਇਹ ਬੜਾ ਮੁਸ਼ਕਲ ਨਾਲ ਮਿਲਿਆ ਹੈ। ਪਰ ਫਿਰ ਵੀ ਮਨੁੱਖ ਨੂੰ ਇਸ ਦੀ ਪਰਵਾਹ ਨਹੀਂ। ਇਹਦੀ ਸੰਗਤ ਫਿਰ ਵੀ ਕਿਹਦੇ ਨਾਲ ਹੈ? ਤੀ ਸੰਗਤ ਪੋਚ। ਫਿਰ ਵੀ ਇਹਦੀ ਜਿਹੜੀ ਸੰਗਤ ਹੈ ਉਹ ਪੰਜਾਂ ਦੋਸ਼ਾਂ ਦੇ ਨਾਲ ਹੀ ਆ। ਕਾਮ ਕ੍ਰੋਧ ਲੋਭ ਹੰਕਾਰ ਨੂੰ ਸੰਗਤ ਰੱਖਦਾ ਹੈ। ਤੇ ਇਸ ਨੂੰ ਤਾਂ ਸਮਝ ਆਉਣੀ ਚਾਹੀਦੀ ਸੀ ਕਿ ਇਹ ਵਧੀਆ ਜੂਨ ਹੈ, ਪਰ ਇਹਦੀ ਜਿਹੜੀ ਸੰਗਤ ਹੈ ਇਹ ਵੀ ਇਹਨਾਂ ਦੋਸ਼ਾਂ ਦੇ ਅਧੀਨ ਹਨੇਰੇ ਨਾਲ ਹੀ ਹੈ। ਜੀ ਜੰਤ ਜਹਾਂ ਜਹਾਂ ਲਾਗੋ ਕਰਮ ਕੇ ਬਸ਼ ਜਾਏ। ਤੋ ਜਿਹੜੇ ਵੀ ਕੀਤੇ ਕੰਮ ਹਨ ਪ੍ਰਾਣੀਆਂ ਦੇ, ਉਹਨਾਂ ਦੇ ਅਧੀਨ ਜੀਵ ਜਿਹੜੇ ਆ ਉਹ ਜਨਮ ਲੈ ਕੇ ਜਾਂਦੇ ਹਨ, ਤੇ ਜਿੱਥੇ ਜਿੱਥੇ ਵੀ ਹਨ ਉਹ ਆਪਣੇ ਕੀਤੇ ਕਰਮਾਂ ਦੇ ਅਧੀਨ ਹੀ ਜਨਮ ਲੈ ਕੇ ਹਨ। ਫਿਰ ਕਾਲ ਫਾਸ ਅਬੱਧ ਲਾਗੇ ਕਛੁ ਨ ਚੱਲੈ ਉਪਾਏ। तो जी जंत जहाँ जहाँ लागो कर्म के बस जाए, काल फास अबद्ध लागे कछ ना ਚੱਲੈ ਉਪਾਏ। तो इस तरह ਕਾਲ ਦੀ ਫਾਹੀ ਜਿਹੜੀ ਹੈ, ਆਤਮਕ ਮੌਤ ਦੀ ਫਾਹੀ ਇਹਨਾਂ ਨੂੰ ਪਈ ਹੋਈ ਹੈ, ਜੋ ਕਿਸੇ ਤਰ੍ਹਾਂ ਵੀ ਕੱਟੀ ਨਹੀਂ ਜਾਂਦੀ। ਤੇ ਕਿਉਂਕਿ ਇਹਨਾਂ ਦੀ ਕੁਛ ਪੇਸ਼ ਨਹੀਂ ਜਾਂਦੀ, ਪੰਜਾਂ ਦੋਸ਼ਾਂ ਦੇ ਅਧੀਨ ਇਹਨਾਂ ਦਾ ਹਨੇਰੇ ਨਾਲ ਪਿਆਰ ਹੋ ਚੁੱਕਾ ਹੈ। ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ। हे ਰਵਿਦਾਸ, हे ਪ੍ਰਭੂ ਦੇ ਦਾਸ ਰਵਿਦਾਸ, ਤੂੰ ਇਸ ਤਰ੍ਹਾਂ ਆਖ ਤਜ ਭ੍ਰਮ ਕਿ ਲੋਕੋ ਭ੍ਰਮ ਛੱਡੋ, ਭਟਕਣਾ ਛੱਡੋ, ਇਹਨਾਂ ਪੰਜਾਂ ਦੋਸ਼ਾਂ ਦੇ ਅਧੀਨ ਚੱਲਣਾ ਛੱਡੋ। ਤਪਨ ਤਪ ਗੁਰ ਗਿਆਨ, ਤੇ ਗੁਰੂ ਦਾ ਗਿਆਨ ਜਿਹੜਾ ਹੈ, ਗੁਰੂ ਦੀ ਬਾਣੀ ਦਾ ਗਿਆਨ ਹੈ, ਉਹਦੀ ਕਮਾਈ ਕਰੋ। ਗੁਰੂ ਦੀ ਬਾਣੀ ਦੇ ਗਿਆਨ ਅਨੁਸਾਰ ਆਪਣਾ ਜੀਵਨ ਬਣਾਓ। ਇਹੀ ਤਪਾਂ ਸਿਰ ਤਪ ਹੈ। ਗੁਰੂ ਦੇ ਗਿਆਨ ਅਨੁਸਾਰ ਚੱਲਣਾ ਇਹ ਤਪਾਂ ਸਿਰ ਤਪ, ਇਹਦੋਂ ਉੱਚਾ ਕੋਈ ਤਪ ਨਹੀਂ ਹੈ। ਭਗਤ ਜਨ ਭੈ ਹਰਨ ਪਰਮਾਨੰਦ ਕਰੋ ਕਰੋ ਨਿਦਾਨ। ਸੋ ਨਿਦਾਨ ਦਾ ਮਤਲਬ ਹੁੰਦਾ ਹੈ ਆਖਰ ਵਿੱਚ, ਤੇ ਇੱਕ ਨਿਦਾਨ ਧੱਦੇ ਨਾਲ ਹੁੰਦਾ, ਉਹਦਾ ਮਤਲਬ ਹੈ ਖਜ਼ਾਨਾ। ਇੱਥੇ ਨਿਦਾਨ ਹੈ। ਤੋ ਭਗਤ ਜਨ ਭੈ ਹਰਨ, ਹੈ ਪ੍ਰਭੂ ਭਗਤ ਆਪਣੇ ਭਗਤ ਜਨਾਂ ਦੀ ਪੀੜ ਦੂਰ ਕਰਨ ਵਾਲੇ, ਡਰ ਦੂਰ ਕਰਨ ਵਾਲੇ ਪ੍ਰਭੂ। ਅਖੀਰ ਵਿੱਚ ਮੇਰੀ ਵੀ ਬੇਨਤੀ ਹੈ, ਸੋ ਮੈਨੂੰ ਵੀ ਪਰਮ ਆਨੰਦ ਦੀ ਬਖਸ਼ਿਸ਼ ਕਰੋ, ਮੈਨੂੰ ਵੀ ਆਪਣੇ ਪਿਆਰ ਦਾ ਪਰਮ ਆਨੰਦ ਬਖਸ਼ੋ। ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਤੋ ਇਸ ਤਰ੍ਹਾਂ ਸੰਸਾਰ ਦੇ ਜੀਵਾਂ ਨੂੰ ਅਰਦਾਸ ਕਰਨੀ ਚਾਹੀਦੀ ਹੈ। ਸੰਤ ਤੁਝੀ ਤਨ
ਸੰਗਤ ਪ੍ਰਾਨ। ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ, ਸੰਤ ਤੁਝੀ ਤਨ ਸੰਗਤ ਪ੍ਰਾਨ। ਹੇ ਦੇਵਾਂ ਦੇ ਦੇਵ ਪ੍ਰਭੂ, ਸਤਿਗੁਰੂ ਦੀ ਮੱਤ ਲੈ ਕੇ ਜੋ ਸਤਿਪੁਰਖਾਂ ਦੀ ਵਡਿਆਈ ਹੈ ਉਸ ਨੂੰ ਮਨੁੱਖ ਸਮਝਦਾ ਹੈ, ਗੁਰੂ ਦੀ ਮੱਤ ਲੈ ਕੇ ਸਮਝਦਾ ਹੈ ਤੇ ਇਹ ਸਮਝ ਲੈਂਦਾ ਹੈ ਕਿ ਜੋ ਸੰਤ ਜਨ ਹਨ, ਜੋ ਸਤਿਪੁਰਖ ਹਨ, ਉਹ ਤੇਰਾ ਹੀ ਰੂਪ ਹਨ। ਸੰਤ ਤੁਝੀ ਤਨ ਸੰਗਤ ਪ੍ਰਾਨ। ਤੇ ਸੰਤਾਂ ਦੀ ਜਿਹੜੀ ਸੰਗਤ ਹੈ, ਜੋ ਗੁਰਮੁਖਾਂ ਦੀ ਭਲੇ ਪੁਰਸ਼ਾਂ ਦੀ ਸੰਗਤ ਹੈ, ਨਾਮ ਦੀ ਕਮਾਈ ਕਰਨ ਵਾਲਿਆਂ ਦੀ ਸੰਗਤ ਹੈ, ਉਹ ਤੇਰੀ ਜ਼ਿੰਦ ਜਾਨ ਹੈ, ਪ੍ਰਾਨ ਹਨ। ਸੰਤ ਚੀ ਸੰਗਤ ਸੰਤ ਕਥਾ ਰਸ। ਹੇ ਪ੍ਰਭੂ ਪਾਤਸ਼ਾਹ, ਮੈਨੂੰ ਬਖਸ਼ ਕੁਝ, ਮੈਂ ਸੰਤ ਜਨਾਂ ਵਾਲੀ ਕਰਨੀ ਅਤੇ ਸੰਤ ਜਨਾਂ ਦਾ ਰਸਤਾ, ਜਿਸ ਰਸਤੇ ਉੱਪਰ ਉਹ ਚੰਗੇ ਰਸਤੇ ਉੱਪਰ ਚੱਲਦੇ ਹਨ, ਉਹ ਮੈਨੂੰ ਬਖਸ਼ ਅਤੇ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਤੇ ਮੈਨੂੰ ਸੰਤਾਂ ਦੇ ਸੰਤਾਂ ਦੀ ਸੰਗਤ ਬਖਸ਼, ਸੰਤ ਕਥਾ ਰਸ ਤੇ ਸੰਤਾਂ ਵਾਲੀ ਕਰਨੀ, ਸੰਤਾਂ ਵਾਲਾ ਰਸਤਾ ਅਤੇ ਸੰਤਾਂ ਦੇ ਦਾਸਾਂ ਦੀ ਸੇਵਾ, ਇਹ ਮੈਨੂੰ ਬਖਸ਼। ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਰਹਾਉ ਸੰਤ ਆਚਰਣ ਸੰਤ ਚੋ ਮਾਰਗ, ਸੰਤ ਚ ਓਲਗ ਓਲਗਣੀ। ਤੋ ਇੱਥੇ ਫਿਰ ਕਹਿੰਦੇ ਹਨ ਸੰਤ ਆਚਰਣ, ਸੰਤਾਂ ਵਾਲੀ ਰਹਿਣੀ ਸਹਿਣੀ, ਸੰਤਾਂ ਦੇ ਜੀਵਨ ਵਾਲਾ ਰਸਤਾ ਤੇ ਓਲਗਣੀ ਤੋਂ ਭਾਵ ਹੈ ਸੇਵਾ, ਇਹ ਮੈਨੂੰ ਬਖਸ਼ੋ। ਤੇ ਪਿਛਲੀਆਂ ਪੰਕਤੀਆਂ ਵਿੱਚ ਉਹਨਾਂ ਨੇ ਕਿਹਾ ਸੀ ਸੰਤਾਂ ਦੀ ਸੰਗਤ ਬਖਸ਼ੋ, ਮਿਹਰ ਕਰੋ, ਸੰਤਾਂ ਦੀ ਜਿਹੜੀ ਹੈ ਉਹ ਕਥਾ ਜਿਹੜੀ ਹੈ ਉਹ ਮੈਨੂੰ ਚੰਗੀ ਲੱਗੇ। ਜਿਵੇਂ ਇੱਥੇ ਕਿਹਾ ਸੀ ਸੰਤ ਚੀ ਸੰਗਤ, ਸੰਤਾਂ ਦੀ ਸੰਗਤ, ਸੰਤ ਕਥਾ ਰਸ ਤੇ ਸੰਤਾਂ ਦੀ ਕਥਾ, ਸੰਤ ਜੋ ਗੁਰਬਾਣੀ ਦੀ ਪ੍ਰਭੂ ਦੀ ਕਥਾ ਕਰਦੇ ਹਨ, ਪ੍ਰਭੂ ਦੀਆਂ ਕਹਾਣੀਆਂ ਸੁਣਾਉਂਦੇ ਹਨ ਗੁਰਬਾਣੀ ਦੇ ਅਨੁਸਾਰ, ਉਹਨਾਂ ਦਾ ਮੈਂ ਰਸ ਪ੍ਰਾਪਤ ਕਰ ਸਕਾਂ ਤੇ ਉਹਨਾਂ ਨਾਲ ਮੈਂ ਪ੍ਰੇਮ ਕਰ ਸਕਾਂ, ਉਹਨਾਂ ਦੀ ਸੰਗਤ ਕਰ ਸਕਾਂ, ਮੈਨੂੰ ਇਹ ਬਖਸ਼ਿਸ਼ ਕਰੋ। ਇਸੇ ਤਰ੍ਹਾਂ ਹੀ ਇੱਥੇ ਕਹਿੰਦੇ ਹਨ ਕਿ ਸੰਤਾਂ ਵਾਲੀ ਰਹਿਣੀ ਬਹਿਣੀ ਬਖਸ਼ੋ ਤੇ ਸੰਤਾਂ ਵਾਲਾ ਮਾਰਗ ਬਖਸ਼ੋ, ਅਤੇ ਮੈਨੂੰ ਜੋ ਸੰਤ ਦੇ ਸੇਵਕ ਹਨ ਸੰਤਾਂ ਦੇ, ਉਹਨਾਂ ਦੀ ਮੈਨੂੰ ਸੇਵਾ ਬਖਸ਼ੋ, ਓਲਗਣੀ। ਔਰ ਇੱਕ ਮੰਗੋਂ ਭਗਤੀ ਚਿੰਤਾਮਣੀ। ਔਰ ਮੈਂ ਇੱਕ ਹੋਰ ਬਖਸ਼ਿਸ਼ ਵੀ ਮੰਗਦਾ ਹਾਂ, ਉਹ ਕਿਹੜੀ ਹੈ? ਭਗਤੀ, ਮੈਨੂੰ ਆਪਣੀ ਭਗਤੀ ਵੀ ਬਖਸ਼ੋ, ਮੈਂ ਤੁਹਾਡੀ ਯਾਦ ਜਿਹੜੀ ਹੈ ਉਹ ਆਪਣੇ ਮਨ ਵਿੱਚ ਸਦਾ ਵਸਾ ਕੇ ਰੱਖਾਂ। ਇਹ ਚਿੰਤਾਮਣੀ ਹੈ, ਭਾਵ ਇਹ ਮਨ ਇੱਛੇ ਫਲ ਦੇਣ ਵਾਲੀ ਹੈ, ਚਿੰਤਾ ਨੂੰ ਦੂਰ ਕਰਨ ਵਾਲੀ ਹੈ, ਇੱਛਾਵਾਂ ਨੂੰ ਪੂਰੀਆਂ ਕਰਨ ਵਾਲੀ ਹੈ। ਕੀ? ਭਗਤੀ, ਯਾਦ, ਇਹ ਵੀ ਮੈਨੂੰ ਬਖਸ਼ੋ। ਫਿਰ ਕਹਿੰਦੇ ਹਨ ਜਣੀ ਲਖਾਵਹੁ ਅਸੰਤ ਪਾਪੀ ਸਾਣੇ, ਤੇ ਨਾਲ ਇਹ ਵੀ ਕਹਿੰਦੇ ਹਨ ਮੈਨੂੰ ਪਾਪੀਆਂ ਦੀ ਤੇ ਜਿਹੜੇ ਵਿਕਾਰੀ ਹਨ ਉਹਨਾਂ ਦੀ ਸੰਗਤ ਨਾ ਦੇਈ, ਉਹਨਾਂ ਦੇ ਦਰਸ਼ਨ ਨਾ ਕਰਾਈ। ਜਣੀ ਲਖਾਵਹੁ ਅਸੰਤ, ਸੰਤ ਦਾ ਉਲਟ ਹੈ ਅਸੰਤ, ਪਾਪੀ ਸਣ,
ਦਾ ਮਤਲਬ ਅਤੇ ਤੋਂ ਵਿਕਾਰੀਆਂ ਦੀ ਭਾਵ ਜਿਹੜੇ ਮੋਹ ਮਾਚ ਹਰ ਵੇਲੇ ਫਸੇ ਰਹਿੰਦੇ ਹਨ, ਜਿਹੜੇ ਹਰ ਵੇਲੇ ਪਾਪ ਕਰਮ ਕਰਨ ਦੀ ਸੋਚਦੇ ਰਹਿੰਦੇ ਹਨ, ਉਹਨਾਂ ਦਾ ਦਰਸ਼ਨ ਨਾ ਕਰਾਈ, ਭਾਵ ਉਹਨਾਂ ਦੀ ਸੰਗਤ ਤੋਂ ਦੂਰ ਰੱਖੀ। ਰਵਿਦਾਸ ਭਣੈ ਜੋ ਜਾਣੈ ਸੋ ਜਾਣ। ਭਣੇ ਦਾ ਮਤਲਬ ਆਖਦਾ, ਰਵਿਦਾਸ ਆਖਦਾ ਹੈ ਜੋ ਜਾਣੈ ਸੋ ਜਾਣ। ਅਸਲ ਸਿਆਣਾ ਮਨੁੱਖ ਜਿਹੜਾ ਉਹ ਹੈ ਜੋ ਇਹ ਸਮਝਦਾ ਹੈ, ਜਾਣਦਾ ਹੈ ਕਿ ਸੰਤ ਅਨੰਤ ਹੈ ਅੰਤਰ ਨਾਹੀ। ਸੰਤ ਅਤੇ ਜਿਹੜੇ ਪ੍ਰਭੂ ਹਨ, ਸੰਤ ਅਤੇ ਪ੍ਰਭੂ, ਇਹਨਾਂ ਵਿੱਚ ਕੋਈ ਭੇਦ ਨਹੀਂ ਹੈ, ਫਰਕ ਨਹੀਂ ਹੈ। ਸੰਤਾਂ ਤੇ ਪ੍ਰਭੂ ਵਿੱਚ ਕੋਈ ਭਾਵ ਜੋ ਪ੍ਰਭੂ ਦਾ ਉਪਦੇਸ਼ ਹੈ, ਜੇ ਉਹ ਸੰਤਾਂ ਦਾ ਉਹੀ ਉਪਦੇਸ਼ ਹੋਵੇ ਜੋ ਗੁਰਬਾਣੀ ਵਿੱਚ ਗੁਰੂ ਰਵਿਦਾਸ ਜੀ ਦਾ ਉਪਦੇਸ਼ ਹੈ, ਜੇ ਸੰਤਾਂ ਦਾ ਵੀ ਉਹੀ ਉਪਦੇਸ਼ ਹੋਵੇ, ਭਾਵ ਜੋ ਪ੍ਰਚਾਰਕ ਹਨ ਉਹਨਾਂ ਦੀ ਬਾਣੀ ਦਾ ਪ੍ਰਚਾਰ ਕਰਨ ਵਾਲੇ, ਜੇ ਉਹਨਾਂ ਦਾ ਵੀ ਉਹੀ ਉਪਦੇਸ਼ ਹੋਵੇ ਤਾਂ ਇਹਨਾਂ ਦੇ ਉਪਦੇਸ਼ ਵਿੱਚ ਕੋਈ ਅੰਤਰ ਨਹੀਂ ਹੁੰਦਾ, ਕੋਈ ਫਰਕ ਨਹੀਂ ਹੁੰਦਾ। ਇਸ ਕਰਕੇ ਕਿਹਾ ਗਿਆ ਹੈ ਕਿ ਪ੍ਰਚਾਰਕ ਵਿੱਚ, ਸੰਤਾਂ ਵਿੱਚ ਤੇ ਜੋ ਪ੍ਰਭੂ ਹੈ ਉਹਨਾਂ ਵਿੱਚ ਕੋਈ ਅੰਤਰ ਨਹੀਂ। ਕਿਉਂ? ਕਿਉਂਕਿ ਜੋ ਪ੍ਰਭੂ ਦਾ ਉਪਦੇਸ਼ ਹੈ, ਜੋ ਬਾਣੀ ਦਾ ਉਪਦੇਸ਼ ਹੈ, ਸੰਤ ਜਨ ਜੇ ਉਹੀ ਉਪਦੇਸ਼ ਕਰਨ ਤਾਂ ਫਿਰ ਇਹ ਗੱਲ ਲਾਗੂ ਹੁੰਦੀ ਹੈ ਕਿ ਉਹਨਾਂ ਵਿੱਚ, ਉਹਨਾਂ ਦੇ ਉਪਦੇਸ਼ ਵਿੱਚ ਕੋਈ ਅੰਤਰ ਨਹੀਂ ਹੈ। ਅਗਲਾ ਸ਼ਬਦ ਆਸਾ ਰਾਖਦਾ ਹੈ, ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗ ਤੁਮਾਰੇ ਬਾਸਾ। हे ਪ੍ਰਭੂ, हे ਪਾਤਸ਼ਾਹ, ਤੂੰ ਤਾਂ ਚੰਦਨ ਦਾ ਰੁੱਖ ਹੈ ਤੇ ਮੈਂ ਇੱਕ ਨਿਮਾਣਾ ਜਿਹਾ ਹਰਿੰਡ ਦਾ ਰੁੱਖ ਹਾਂ, ਪਰ ਤੇਰੀ ਕਿਰਪਾ ਜੂ ਹੈ, ਤੇਰੀ ਮਿਹਰ ਜੂ ਹੈ, ਇਸ ਤੇਰੀ ਮਿਹਰ ਦੇ ਨਾਲ ਸੰਗ ਤੁਮਹਾਰੇ ਬਾਸਾ, ਮੈਨੂੰ ਤੇਰੇ ਚਰਨਾਂ ਵਿੱਚ ਰਹਿਣ ਲਈ ਜਿਹੜੀ ਜਗ੍ਹਾ ਮਿਲੀ ਹੋਈ ਹੈ, ਥਾਂ ਮਿਲ ਗਈ ਹੈ। ਸੰਗ ਤੁਮਹਾਰੇ ਬਾਸਾ ਭਾਵ ਤੇਰੀ ਯਾਦ ਜਿਹੜੀ ਹੈ ਉਹ ਮੇਰੇ ਮਨ ਵਿੱਚ ਤੇਰੀ ਕਿਰਪਾ ਨਾਲ ਹੀ ਵਸੀ ਹੋਈ ਹੈ। ਭਾਵੇਂ ਮੈਂ ਇਰੰਡ ਹਾਂ, ਛੋਟਾ ਜਿਹਾ ਬੂਟਾ ਹਾਂ, ਅਤੇ ਤੁਸੀਂ ਮਹਿਕ ਵਾਲੇ ਚੰਦਨ ਵਰਗੇ ਬੂਟੇ ਹੋ। ਨੀਚ ਰੂਖ ਤੇ ਊਚ ਭਏ ਹੈ। ਨੀਚ ਰੂਖ ਤੇ ਨੀਵੇਂ ਰੁੱਖ ਤੋਂ ਊਚ ਪਏ ਹੈ, ਨੀਵੇਂ ਰੁੱਖ ਤੋਂ ਹੁਣ ਉੱਚਾ ਰੁੱਖ ਬਣ ਗਿਆ ਹਾਂ। ਹਿਰੰਡ ਵਾਲੇ ਬੂਟੇ ਤੋਂ ਹੁਣ ਚੰਦਨ ਦਾ ਬੂਟਾ ਬਣ ਗਿਆ। ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਹੁਣ ਮੇਰੇ ਅੰਦਰ ਵੀ ਜਿਹੜੀ ਮਿੱਠੀ ਮਿੱਠੀ ਸੋਹਣੀ ਵਾਸ਼ਨਾ ਹੈ ਉਹ ਤੇਰੇ ਨਾਮ ਦੀ, ਉਹ ਹੁਣ ਮੇਰੇ ਅੰਦਰ ਵੀ ਵਸ ਪਈ ਹੈ, ਮੇਰੇ ਅੰਦਰ ਵੀ ਆ ਗਈ ਹੈ। ਇਸ ਕਰਕੇ, ਇਸ ਵਾਸ਼ਨਾ ਕਰਕੇ, ਸੁਗੰਧੀ ਕਰਕੇ ਹੁਣ ਮੈਂ ਨੀਵਾਂ ਰੁੱਖ ਨਹੀਂ ਰਿਹਾ। ਹੁਣ ਤੇਰੀ ਕਿਰਪਾ ਨਾਲ ਇਹ ਰੁੱਖ ਜਿਹੜਾ ਹੁਣ ਉੱਚਾ ਹੋ ਗਿਆ ਹੈ। ਮਾਧੋ ਸਤ ਸੰਗਤ ਸ਼ਰਨ ਤੁਮਹਾਰੀ। हे ਮਾਧੋ, हे ਪ੍ਰਭੂ, ਮੈਂ ਓਟ ਫੜੀ ਹੈ, ਸਹਾਰਾ ਲਿਆ ਹੈ ਕਿਹਦਾ? ਤੁਹਾਡੀ ਸਤ ਸੰਗਤ ਦਾ, ਜਿੱਥੇ ਤੁਹਾਡੇ ਨਾਮ ਦੀ ਚਰਚਾ ਹੁੰਦੀ ਹੈ, ਜਿੱਥੇ ਤੁਹਾਡੀ ਜਿਹੜੀ ਬਾਣੀ ਹੈ, ਇਹਦਾ ਉਪਦੇਸ਼ ਹੈ, ਇਸ ਦੀਆਂ ਗੱਲਾਂ ਹੁੰਦੀਆਂ ਹਨ। ਮੈਂ ਉਹ ਸੰਗਤ ਦਾ ਆਸਰਾ ਲਿਆ ਹੈ, ਓਟ ਲਈ ਹੈ। ਇੱਥੋਂ ਮੈਨੂੰ ਹੁਣ ਵਿਸਾਰੀ ਨਾ। ਸਤ ਸੰਗਤ ਸ਼ਰਨ ਤੁਮਹਾਰੀ, ਸਤ ਸੰਗਤ ਦੀ ਓਟ ਲਈ ਹੈ। ਹਮ ਔਗਣ ਤੁਮ ਉਪਕਾਰੀ। ਤੋ ਅਸੀਂ ਤਾਂ ਔਗਣ ਭਾਵ ਹੈ ਨਿਰਗੁਣੇ ਜੀਵ ਹਾਂ, ਸਾਡੇ ਵਿੱਚ ਤਾਂ ਕੋਈ ਗੁਣ ਨਹੀਂ ਹੈ। ਤੂੰ ਮਿਹਰ ਕਰਨ ਵਾਲਾ ਹੈ। ਹਮ ਔਗਣ ਤੁਮ ਉਪਕਾਰੀ, ਤੁਸੀਂ ਮਿਹਰ ਕਰਨ ਵਾਲੇ ਹੋ, ਕਿਰਪਾ ਕਰਨ ਵਾਲੇ ਹੋ। ਇਸ ਕਰਕੇ ਮਿਹਰ ਕਰਕੇ ਤੁਸੀਂ ਮੁੜ ਕੇ ਫਿਰ ਸੰਗਤ ਵਿੱਚ, ਸਤਸੰਗ ਵਿੱਚ ਜੋੜਨ ਵਾਲੇ ਹੋ। ਭਾਵੇਂ ਅਸੀਂ ਔਗਣ ਹਾਂ, ਸਾਡੇ ਵਿੱਚ ਗੁਣ ਕੋਈ ਨਹੀਂ, ਪਰ ਤੁਸੀਂ ਤਾਂ ਉਪਕਾਰ ਕਰਨ ਵਾਲੇ ਹੋ।
ਤੁਸੀਂ ਮਿਹਰ ਕਰਨ ਵਾਲੇ ਹੋ, ਸਤ ਸੰਗਤ ਨਾਲ ਜੋੜਨ ਵਾਲੇ ਹੋ। ਰਹਾਉ ਤੁਮ ਮਖਤੂਲ ਸੁਪੇਦ ਸਪੀਲ। हे प्रभु तू ਤਾਂ ਚਿੱਟਾ ਪੀਲਾ ਸੋਹਣਾ ਰੇਸ਼ਮ ਹੈ। ਹਮ ਬਪਰੇ ਜਸ ਕੀਰਾ, ਜਸ ਮੈਨੇ ਜਿਸ ਤਰ੍ਹਾਂ, ਤੇ ਮੈਂ ਤਾਂ ਉਸ ਤਰ੍ਹਾਂ ਆ ਜਿਵੇਂ ਨਿਮਾਣਾ ਜਿਹਾ ਇੱਕ ਰੇਸ਼ਮ ਦਾ ਕੀੜਾ ਆ। ਤੁਸੀਂ ਸੋਹਣੇ ਚਿੱਟੇ ਪੀਲੇ ਰੇਸ਼ਮ ਵਰਗੇ, ਤੇ ਮੈਂ ਸਮਝ ਲਓ ਉਸ ਰੇਸ਼ਮ ਦੇ ਨਿਮਾਣੇ ਜਿਹੇ ਕੀੜੇ ਵਾਂਗ ਆ, ਜੋ ਰੇਸ਼ਮ ਨੂੰ ਛੱਡ ਕੇ ਬਾਹਰ ਚਲਾ ਜਾਂਦਾ ਹੈ ਅਤੇ ਮਰ ਜਾਂਦਾ ਹੈ। ਮੈਂ ਤਾਂ ਉੱਦਾਂ ਦਾ ਹਾਂ। ਕਿੰਨੀ ਨਿਮਰਤਾ ਨਾਲ ਗੱਲਾਂ ਕੀਤੀਆਂ। ਤੂੰ ਮਖਤੂਲ ਸੁਪੇਦ ਸਪੀਲ, ਹਮ ਬਪਰੇ ਜਸ ਕੀਰਾ। ਕੀਰਾ ਦਾ ਮਤਲਬ ਕੀੜਿਆਂ ਵਰਗੇ। ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਾਧੁਪ ਮਖੀਰਾ। ਤੇ ਕਿਰਪਾ ਕਰੋ ਮੇਰੇ ਉੱਤੇ, ਮੈਂ ਜੇ ਤੇਰੀ ਸਤ ਸੰਗਤ ਹੈ, ਜਿੱਥੇ ਤੇਰੀ ਰੱਬੀ ਬਾਣੀ ਦੀ ਵਿਚਾਰ ਹੁੰਦੀ ਹੈ, ਉੱਥੇ ਜੁੜਿਆ ਰਹਾਂ। ਮੇਰਾ ਮਨ ਉੱਥੇ ਜੁੜਿਆ ਰਹੇ। ਕਿੱਦਾਂ ਜੁੜਿਆ ਰਹੇ? ਜਿਵੇਂ ਸ਼ਹਿਦ ਦੀਆਂ ਮੱਖੀਆਂ ਜਿਹੜੀਆਂ ਉਹ ਆਪਣੇ ਜਿਹੜਾ ਛੱਤਾ ਬਣਾਉਂਦੀਆਂ ਹਨ ਸ਼ਹਿਦ ਵਾਲਾ, ਉਹਦੇ ਵਿੱਚ ਟਿਕੀਆਂ ਰਹਿੰਦੀਆਂ ਹਨ। ਛੱਤੇ ਤੋਂ ਵੱਖ ਨਹੀਂ ਹੁੰਦੀਆਂ, ਸ਼ਹਿਦ ਲਿਆਉਂਦੀਆਂ ਉੱਥੇ ਜਮ੍ਹਾਂ ਕਰਦੀਆਂ ਰਹਿੰਦੀਆਂ ਹਨ। ਛੱਤੇ ਨਾਲ ਉਹਦਾ ਸੰਬੰਧ ਬਣਿਆ ਰਹਿੰਦਾ ਹੈ, ਛੱਤਾ ਛੱਡਦੀਆਂ ਨਹੀਂ। ਇਸ ਕਰਕੇ ਕਿਰਪਾ ਕਰੋ ਅਸੀਂ ਵੀ ਸਤ ਸੰਗਤ ਨੂੰ ਨਾ ਛੱਡੀਏ। ਤਾਂ ਸਤ ਸੰਗਤ ਉਹੀ ਹੈ ਪਿਆਰਿਓ, ਜਿੱਥੇ ਗੁਰੂ ਦੇ ਸ਼ਬਦਾਂ ਦੀ, ਗੁਰੂ ਦੀ ਬਾਣੀ ਦੀ ਵਿਚਾਰ ਹੋਵੇ। ਉਹ ਵਿਚਾਰ ਵੀ ਸੱਚੀ ਤੇ ਸੁੱਚੀ ਹੋਵੇ, ਜਿਹੜੀਆਂ ਗੱਪਾਂ ਵਾਲੀਆਂ ਕਹਾਣੀਆਂ ਨਾਲ ਨਾ ਹੋਵੇ, ਸੱਚੀ ਸੁੱਚੀ ਵਿਚਾਰ ਹੋਵੇ। ਉਹ ਸਤ ਸੰਗਤ ਜਿਹੜੀ ਹੈ ਉਹਦੀ ਗੱਲ ਕਰਦੇ ਹਨ ਕਿ ਅਸੀਂ ਉਹਦੇ ਵਿੱਚ ਜੁੜੇ ਰਹੀਏ। ਜਾਤੀ ਓਛਾ ਪਾਤੀ ਓਛਾ, ओछा जन्म हमारा, राजा राम की सेव न कीनी, कह रविदास चुमारा। ਸੋ ਰਵਿਦਾਸ ਚਮਾਰ ਆਖਦਾ ਹੈ, ਲੋਕਾਂ ਦੀਆਂ ਜਿਹੜੀਆਂ ਨਜ਼ਰਾਂ ਹਨ ਉਹਦੇ ਵਿੱਚ ਤਾਂ ਮੈਨੂੰ ਲੋਕ ਨੀਵੀਂ ਜ਼ਾਤ ਵਾਲਾ, ਨੀਵੀਂ ਕੁੱਲ ਵਾਲਾ, ਨੀਵੇਂ ਜਨਮ ਵਾਲਾ, ਇਹ ਸਾਰਾ ਕੁਝ ਆਖਦੇ ਹਨ। ਲੋਕਾਂ ਦੀ ਨਜ਼ਰਾਂ ਵਿੱਚ ਤਾਂ ਮੈਂ ਇਹੋ ਜਿਹਾ, ਪਰ ਇਹ ਮਾਧੋ, हे ਪ੍ਰਭੂ, ਇਹ ਮੇਰੀ ਜਿਹੜੀ ਜ਼ਾਤ ਕੁੱਲ ਆ, ਇਹ ਜਨਮ ਆ, ਇਹ ਸੱਚਮੁੱਚ ਹੀ ਨੀਵੇਂ ਰਹਿ ਜਾਣਗੇ। ਲੋਕ ਭਾਵੇਂ ਨੀਵੇਂ ਕਹਿੰਦੇ, ਸੱਚਮੁੱਚ ਨੀਵੇਂ ਰਹਿ ਜਾਣਗੇ। ਰਾਜਾ ਰਾਮ ਕੀ ਸੇਵ ਨ ਕੀਨੀ, ਕਹਿ ਰਵਿਦਾਸ ਚੁਮਾਰਾ। ਤੂੰ ਜੇ ਮੈਂ हे ਪ੍ਰਭੂ ਮਾਲਕ, ਪ੍ਰਭੂ ਤੇਰੀ ਭਗਤੀ ਨਾ ਕੀਤੀ, ਰਾਜਾ ਰਾਮ ਕੀ ਸੇਵ ਨਾ ਕੀਨੀ। ਤੋ ਰਾਜਾ ਰਾਮ ਇਹ ਕਿਸੇ ਰਾਜੇ ਦਾ ਨਾਂ ਨਹੀਂ, ਇਹ ਕਾਲ ਪੁਰਖ ਨੂੰ, ਕਰਤਾ ਪੁਰਖ ਨੂੰ ਰਾਜਾ ਰਾਮ ਕਿਹਾ ਹੈ। ਤੋ ਜੇ ਰਾਜਾ ਰਾਮ ਦੀ, ਰੱਬ ਦੀ ਭਗਤੀ ਨਹੀਂ ਕੀਤੀ, ਤਾਂ ਫਿਰ ਇਹ ਸਭ ਕੁਝ ਨੀਵਾਂ ਰਹਿ ਜਾਏਗਾ। ਜ਼ਾਤ ਵੀ, ਕੁਲ ਵੀ ਬੰਦੇ ਦੀ ਨੀਵੀਂ ਰਹਿ ਜਾਂਦੀ ਆ, ਜ਼ਾਤ ਵੀ ਨੀਵੀਂ ਰਹਿ ਜਾਂਦੀ ਆ, ਜਨਮ ਵੀ ਨੀਵਾਂ ਰਹਿ ਜਾਂਦਾ ਆ। ਕਿਉਂ? ਜੇ ਭਗਤੀ ਨਹੀਂ ਹੈ। ਜੇ ਭਗਤੀ ਹੈ ਤਾਂ ਸਾਰਾ ਕੁਝ ਉੱਚਾ ਹੈ, ਜ਼ਾਤ ਵੀ ਉੱਚੀ ਹੈ, ਜਨਮ ਵੀ ਉੱਚਾ ਹੈ, ਕੁਲ ਵੀ ਉੱਚੀ ਹੈ, ਭਗਤੀ ਕਰਕੇ ਉੱਚੀ ਹੈ। ਤੋ ਇਸ ਕਰਕੇ ਭਗਤੀ ਨਾਲ, ਈਸ਼ਵਰ ਦੀ ਭਗਤੀ ਨਾਲ, ਰੱਬ ਦੀ ਭਗਤੀ ਨਾਲ, ਗੁਰੂ ਦੇ ਪਿਆਰ ਨਾਲ ਜੁੜਨ ਦੀ ਇੱਥੇ ਸਿੱਖਿਆ ਜਿਹੜੀ ਹੈ ਉਹ ਦਿੱਤੀ ਗਈ ਹੈ। ਇਹਦੇ ਨਾਲ ਹੀ ਬੰਦੇ ਦੀ ਜ਼ਾਤ, ਜਨਮ ਆਦਿਕ ਇਹ ਉੱਚਾ ਹੁੰਦਾ ਹੈ। ਅਗਲਾ ਸ਼ਬਦ ਐਸਾ ਆਖਦਾ ਹੈ, ਕਹਾਂ ਭਇਓ ਜਾਓ ਤਨ ਭਇਓ ਛਿਨ ਛਿਨ। ਕਹਾਂ ਭਇਓ ਕੀ ਹੋਇਆ? ਜੇ ਮੇਰਾ ਸਰੀਰ ਜਿਹੜਾ ਨਾਸ਼ ਵੀ ਹੋ ਜਾਏ ਤਾਂ ਮੈਨੂੰ ਕੋਈ ਪਰਵਾਹ ਨਹੀਂ। ਕਹਾਂ ਭਇਓ ਜਾਓ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ।
हे प्रभु तेरा जिहड़ा सेवक है, तेरा जिहड़ा जन है, वो तां ही घबरावेगा जे इस दे अंदर तेरे चरनां दा प्यार नहीं होवेगा। प्रेम जाए तो डर पै तेरो जन। तो तेरा सेवक जिहड़ा तां ही घबराएगा जे ਉਹਦੇ ਕੋਲ तेरा प्यार नहीं होएगा, तां घबराएगा, तां डरेगा। ਤੇ ਜੇ ਤੇਰਾ ਪਿਆਰ ਹੈ ਤਾਂ ਫਿਰ ਡਰਨ ਦੀ ਕੀ ਲੋੜ ਹੈ। ਫਿਰ ਸਰੀਰ ਭਾਵੇਂ ਨਾਸ਼ ਵੀ ਹੋ ਜਾਏ ਤਾਂ ਕਿਸੇ ਦੀ ਪਰਵਾਹ ਨਹੀਂ ਹੁੰਦੀ। ਪ੍ਰੇਮ ਟਿਕਿਆ ਰਹਿਣਾ ਚਾਹੀਦਾ ਹੈ, ਗੁਰੂ ਨਾਲ ਪ੍ਰੇਮ ਬਣਿਆ ਰਹਿਣਾ ਚਾਹੀਦਾ ਹੈ। ਤੁਝ ਹੈ ਚਰਨ ਅਰਬਿੰਦ ਭਵਨ ਮਨ। हे प्रभु, हे सोहणे प्रभु परमात्मा, मेरा मन जिहड़ा है ਇਹ ਕਮਲ ਦੇ ਫੁੱਲ ਵਰਗੇ ਸੋਹਣੇ ਤੇਰੇ ਚਰਨਾਂ ਨੂੰ ਆਪਣੇ ਰਹਿਣ ਦੀ ਥਾਂ ਬਣਾ ਚੁੱਕਿਆ ਹੈ। ਪਾਨ ਕਰਤ ਪਾਇਓ ਪਾਇਓ ਰਮਈਆ ਧਨ। ਤੋ ਤੇਰੇ ਜਿਹੜੇ ਚਰਨ ਕਮਲ ਹਨ, ਕਮਲ ਵਰਗੇ ਚਰਨ ਹਨ, ਇਹਨਾਂ ਵਿੱਚੋਂ ਨਾਮ ਦਾ ਰਸ ਪੀਂਦਿਆਂ ਪੀਂਦਿਆਂ ਮੈਂ ਲੱਭ ਲਿਆ ਹੈ। ਕੀ ਲੱਭ ਲਿਆ ਹੈ? ਤੇਰਾ ਨਾਮ ਧਨ। ਪਾਨ ਕਰਤ ਪੀਂਦਿਆਂ ਪੀਂਦਿਆਂ ਨਾਮ ਰਸ ਪਾਇਓ ਪਾਇਓ ਰਾਮਈਆ ਧਨ। ਤੋ ਇੱਥੇ ਪ੍ਰਭੂ ਦੇ ਚਰਨਾਂ ਨੂੰ ਕਮਲ ਦੇ ਫੁੱਲ ਵਰਗੇ ਕਿਹਾ ਹੈ, ਜਿਨ੍ਹਾਂ ਫੁੱਲਾਂ ਵਿੱਚੋਂ ਰਸ ਲੱਭਿਆ ਗਿਆ ਹੈ ਤੇ ਨਾਮ ਧਨ ਪ੍ਰਾਪਤ ਕੀਤਾ ਹੈ ਨਾਮ ਰਸ ਪੀ ਕੇ। ਕਮਲ ਦੇ ਫੁੱਲਾਂ ਦਾ ਰਸ ਨਾਮ ਰਸ ਇਹਨਾਂ ਤੁਲਨਾ ਦਿੱਤੀ ਹੈ। ਤੋ ਇੱਥੇ ਕਿਉਂਕਿ ਪ੍ਰਭੂ ਕੋਈ ਜਿਉਂਦਾ ਜਾਗਦਾ ਹੱਡ ਤੇ ਮਾਸ ਦਾ ਕੋਈ 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 ਵਿਅਕਤੀ ਨਹੀਂ ਹੈ। ਇੱਥੇ ਮਤਲਬ ਉਪਦੇਸ਼ ਦੀ ਸ਼ਬਦ ਦੀ ਗੱਲ ਹੈ ਕਿ ਸ਼ਬਦ ਜਿਹੜੇ ਹਨ, ਜਿਹੜੀ ਬਾਣੀ ਹੈ ਰੱਬ ਵੱਲੋਂ ਉਤਰੀ ਭਗਤ ਜਨਾਂ ਨੂੰ, ਗੁਰੂ ਜਨਾਂ ਨੂੰ ਬਾਣੀ ਜਿਹੜੀ ਉਤਰੀ ਹੈ, ਉਹੀ ਪ੍ਰਭੂ ਦੇ ਚਰਨ ਕਮਲ ਹੁੰਦੇ ਹਨ। ਤੇ ਉਹਨੂੰ ਜਪ ਜਪ ਕੇ ਬੰਦਾ ਨਾਮ ਦਾ ਰਸ ਉੱਥੋਂ ਬਾਣੀ ਵਿੱਚੋਂ ਪ੍ਰਾਪਤ ਕਰਦਾ ਹੈ। ਰਹਾਉ ਸੰਪਤੀ ਵਿਪੱਤੀ ਪਟਲ ਮਾਇਆ ਧਨ। ਤੋ ਸੌਖ ਵਿਪਤਾ ਹੋਵੇ, ਧਨ, ਇਹ ਸਾਰੇ ਮਾਇਆ ਦੇ ਪੜਦੇ ਹਨ। ਸੰਪਤੀ ਵਿਪੱਤੀ ਪਟਲ ਮਾਇਆ ਧਨ, ਤੇ ਮਾਇਆ ਦੇ ਸਾਰੇ ਪੜਦੇ ਹਨ। ਤਾ ਮੈਂ ਮਗਨ ਹੋਤ ਨਾ ਤੇਰੋ ਜਨ। ਤੋ ਤੇਰਾ ਜਿਹੜਾ ਸੇਵਕ ਹੈ, ਤੇਰਾ ਜਿਹੜਾ ਜਨ ਹੈ, ਉਹ ਮਾਇਆ ਦੇ ਇਹਨਾਂ ਪਰਦਿਆਂ ਵਿੱਚ ਫਸਦਾ ਨਹੀਂ। ਇਹ ਮਨੁੱਖ ਦੀ ਮੱਤ ਉੱਤੇ ਪਰਦੇ ਪਏ ਰਹਿੰਦੇ ਹਨ ਇਹਨਾਂ ਦੇ, ਪਰ ਜਿਹੜਾ ਤੇਰਾ ਸੇਵਕ ਹੈ ਉਹ ਇਹਨਾਂ ਦੀਆਂ ਪਰਦਿਆਂ ਵਿੱਚ, ਇਹਨਾਂ ਦੇ ਸ਼ਿਕੰਜਿਆਂ ਵਿੱਚ ਉਹ ਫਸਦਾ ਨਹੀਂ ਹੈ। ਪ੍ਰੇਮ ਕੀ ਜੇਵਰੀ ਬਾਂਧਿਓ, ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ। ਤੇਰਾ ਦਾਸ ਜਿਹੜਾ ਹੈ, ਤੇਰੇ ਪਿਆਰ ਦੀ ਰੱਸੀ ਨਾਲ ਜਿਹੜਾ ਹੈ ਉਹ ਬੱਝਾ ਹੋ ਰਹਿੰਦਾ ਹੈ। ਤੂੰ ਮੈਂ ਤੇਰਾ ਦਾਸ ਹਾਂ, ਮੈਂ ਤੇਰੇ ਪਿਆਰ ਦੀ ਰੱਸੀ ਨਾਲ ਬੱਝਾ ਪਿਆ ਹਾਂ। ਕਾਹਿ ਰਵਿਦਾਸ ਛੂਟਿਬੋ ਕਵਨ ਗੁਣ। ਰਵਿਦਾਸ ਆਖਦਾ ਹੈ ਪ੍ਰਭੂ ਇਸ ਵਿੱਚੋਂ ਨਿਕਲਣ ਨੂੰ ਹੁਣ ਮੇਰਾ ਜੀ ਨਹੀਂ ਕਰਦਾ। ਤੇਰੇ ਪਿਆਰ ਦੀ ਰੱਸੀ ਨਾਲ ਤਾਂ ਮੈਂ ਬੱਝਾ ਹੋਇਆ ਹਾਂ। ਮੈਂ ਹੁਣ ਇਹ ਰੱਸੀ ਖੋਲਣੀ ਨਹੀਂ ਚਾਹੁੰਦਾ, ਮੈਂ ਹੁਣ ਇਸ ਵਿੱਚੋਂ ਨਿਕਲਣਾ ਨਹੀਂ ਚਾਹੁੰਦਾ। ਮੇਰਾ ਜੀ ਨਹੀਂ ਕਰਦਾ ਕਿ ਮੈਂ ਇਸ ਪ੍ਰੇਮ ਦੀ ਰੱਸੀ ਨੂੰ ਤੋੜ ਦਿਆਂ, ਇਹਦੀ ਗੰਢ ਖੋਲ ਦਿਆਂ। ਤੋ ਇੱਥੇ ਪ੍ਰੇਮ ਦੀ ਅਵਸਥਾ ਦੀ ਗੱਲ ਕੀਤੀ ਹੈ। ਅਗਲਾ ਸ਼ਬਦ ਆਸਾ ਰਾਗਦਾ ਹੈ, ਹਾਰੀ 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 ਹਰੇ। ਹਰੀ ਸ਼ਬਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਸਾਰੀ ਬਾਣੀ ਵਿੱਚ ਬਹੁਤ ਵਾਰੀ ਇਹ ਪਰਮਾਤਮਾ ਪਰਮੇਸ਼ਰ ਵਾਸਤੇ ਵਰਤਿਆ ਗਿਆ ਹੈ। ਇੱਥੇ ਵੀ ਪ੍ਰਭੂ ਪਰਮੇਸ਼ਰ ਵਾਸਤੇ ਵਰਤਿਆ ਗਿਆ ਹੈ। ਇਸ ਦਾ ਭਾਵ ਹੈ
ਹਰਿ ਸਿਮਰਤ ਜਨ ਗਏ ਨਿਸਤਰਿ ਤਰੇ। ਤੋ ਜਿਹੜਾ ਹਰੀ ਹੈ, ਪ੍ਰਭੂ ਪਰਮਾਤਮਾ ਹੈ, ਉਹਨੂੰ ਸਿਮਰ ਸਿਮਰ ਕੇ, ਯਾਦ ਕਰ ਕਰਕੇ ਜਿਹੜੇ ਉਸਦੇ ਸੇਵਕ ਹਨ, ਜਾਨ ਹਨ, ਉਹ ਫਿਰ ਜਿਹੜਾ ਸੰਸਾਰ ਸਮੁੰਦਰ ਹੈ, ਮੋਹ ਮਾਇਆ ਦਾ ਜਿਹੜਾ ਇਹ ਖਲਾਰਾ ਹੈ ਇੱਥੇ ਸੰਸਾਰ ਦੇ ਵਿੱਚ, ਉਹਦੇ ਵਿੱਚੋਂ ਲੰਘ ਜਾਂਦੇ ਹਨ, ਮੋਹ ਮਾਇਆ ਤੋਂ ਛੁਟਕਾਰਾ ਪਾ ਜਾਂਦੇ ਹਨ, ਨਿਰਲੇਪ ਹੋ ਜਾਂਦੇ ਹਨ। ਜਿਹੜੇ ਤੇਰੇ ਸੇਵਕ ਹਨ, ਤੇਰਾ ਨਾਮ ਜਪ ਜਪ ਕੇ, ਤੇਰੀਆਂ ਯਾਦਾਂ ਆਪਣੇ ਮਨ ਵਿੱਚ ਰੱਖ ਕੇ, ਭਾਵ ਜਿਹੜੀ ਤੇਰੀ ਬਾਣੀ ਤੇ ਬਖਸ਼ੀ ਹੈ ਗੁਰੂਆਂ ਨੂੰ, ਭਗਤ ਜਨਾਂ ਨੂੰ, ਇਸ ਬਾਣੀ ਨੂੰ ਪੜ੍ਹ ਪੜ੍ਹ ਕੇ, ਸਿਮਰ ਕੇ, ਬਾਣੀ ਦੀ ਵਿਚਾਰ ਕਰ ਕਰਕੇ ਇਹ ਮੋਹ ਮਾਇਆ ਦਾ ਜਿਹੜਾ ਸਮੁੰਦਰ ਹੈ ਸੰਸਾਰ, ਇਹਦੇ ਵਿੱਚੋਂ ਨਿਰਲੇਪ ਹੋ ਕੇ ਲੰਘ ਜਾਂਦੇ ਹਨ। ਰਹਾ ਹਰਿ ਕੇ ਨਾਮ ਕਬੀਰ ਉਜਾਗਰ। ਤੋ ਇਹ ਜੋ ਹਰੀ ਨਾਮ ਦੀ ਬਰਕਤ ਹੈ, ਸਿਮਰਨ ਦੀ ਬਰਕਤ ਸੀ, ਇਹਦੇ ਨਾਲ ਹੀ ਭਗਤ ਕਬੀਰ ਜੀ ਜਗ ਦੇ ਵਿੱਚ ਪ੍ਰਸਿੱਧ ਹੋਏ, ਉਜਾਗਰ ਹੋਏ। ਇਹ ਗੁਰੂ ਰਵਿਦਾਸ ਜੀ ਵੀ ਗੱਲ ਇਹ ਕਹਿੰਦੇ ਹਨ, ਬਾਬਾ ਰਵਿਦਾਸ ਜੀ ਵੀ ਇਹ ਗੱਲ ਕਹਿੰਦੇ ਹਨ, ਕਬੀਰ ਦੇ ਹੱਕ ਵਿੱਚ ਗੱਲ ਕਹਿੰਦੇ ਹਨ ਕਿ ਜੇ ਕਬੀਰ ਉਜਾਗਰ ਹੋਏ ਹਨ ਤਾਂ ਉਹ ਵੀ ਹਰੀ ਨਾਮ ਦੀ ਬਰਕਤ ਨਾਲ ਹੋਏ ਹਨ। ਉਹ ਵੀ ਜੋ ਉਪਦੇਸ਼, ਰੱਬੀ ਬਾਣੀ ਉਹਨਾਂ ਨੂੰ ਮਿਲੀ ਹੈ, ਉਸ ਬਾਣੀ ਦਾ ਜਾਪ ਕਰ ਕਰਕੇ, ਉਸ ਰੱਬੀ ਉਪਦੇਸ਼ ਦੇ ਨਾਲ ਹੀ ਉਹਨਾਂ ਨੇ ਸੰਸਾਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਜਨਮ ਜਨਮ ਕੇ ਕਾਟੇ ਕਾਗਰ। ਸੋ ਕਾਗਰ ਦਾ ਮਤਲਬ ਹੈ ਕਾਗਜ਼, ਲੇਖੇ, ਤੇ ਉਹਨਾਂ ਦੇ ਜਨਮਾਂ ਜਨਮਾਂ ਦੇ ਕੀਤੇ ਜਿਹੜੇ ਕਰਮਾਂ ਦੇ ਲੇਖੇ ਜਿਹੜੇ ਆ ਉਹ ਮੁੱਕ ਗਏ, ਕਾਗਜ਼ ਪਾਟ ਗਏ, ਜਨਮਾਂ ਦੇ ਲੇਖੇ ਉਹਨਾਂ ਨੇ ਮੁਕਾ ਦਿੱਤੇ, ਭਾਵ ਉਹ ਜਮਾਂ ਦੀ ਫਾਹੀ ਤੋਂ ਮੁਕਤ ਹੋ ਗਏ। ਕਿਉਂਕਿ ਹਰੀ ਨਾਮ ਦੇ ਸਿਮਰਨ ਦੇ ਨਾਲ ਮੋਹ ਮਾਇਆ ਚੋਂ ਬੰਦਾ ਉੱਚਾ ਉੱਠ ਜਾਂਦਾ ਹੈ, ਤੇ ਇਸ ਕਰਕੇ ਜਨਮਾਂ ਜਨਮਾਂ ਦੇ ਜਿਹੜੇ ਲੇਖੇ ਹਨ ਉਹ ਮੁੱਕ ਜਾਂਦੇ ਹਨ। ਨਿਮਤ ਨਾਮ ਦਿਓ ਦੂਧ ਪਿਆਇਆ। ਤੋ ਇਹ ਹਰੀ ਨਾਮ ਦਾ ਸਿਮਰਨ ਸੀ। ਸੋ ਇਹ ਸਿਮਰਨ ਸੀ ਹਰੀ ਨਾਮ ਦਾ, ਤੋ ਜਿਸ ਨਾਲ ਭਗਤ ਨਾਮ ਦੇਵ ਜੀ ਨੇ ਗੋਬਿੰਦ ਰਾਏ ਨੂੰ ਦੁੱਧ ਪਿਆਇਆ ਸੀ, ਗੋਬਿੰਦ ਰਾਏ ਨੂੰ ਦੁੱਧ ਪਿਆਇਆ ਸੀ। ਨਿਮਤ ਨਾਮ ਦਿਓ ਦੂਧ ਪਿਆਇਆ। ਸੋ ਨਿਮਤ ਸ਼ਬਦ ਜਿਹੜਾ ਹੈ, ਇਹਦਾ ਮਤਲਬ ਹੈ ਇਸ ਕਾਰਨ ਕਰਕੇ, ਇਸ ਦੀ ਬਰਕਤ ਨਾਲ, ਨਾਮ ਦੀ ਬਰਕਤ ਨਾਲ। ਸੋ ਨਾਮ ਸਿਮਰਨ ਜਿਹੜਾ ਹੈ, ਇਹੀ ਜਿਹੜਾ ਹੈ ਉਹ ਚੜਾਇਆ ਸੀ, ਦੁੱਧ ਰੂਪ ਕਰਕੇ ਪਿਆਇਆ ਸੀ। ਨਾਮ ਸਿਮਰਨ ਹੀ ਕੰਮ ਆਇਆ ਸੀ। ਭਗਤ ਨਾਮਦੇਵ ਜੀ ਦੇ ਵੀ, ਉਹਨਾਂ ਦੀ ਵੀ ਉਦਾਹਰਨ ਦਿੰਦੇ ਹਨ। ਤਾਉ ਜਗ ਜਨਮ ਸੰਕਟ ਨਹੀਂ ਆਇਆ। ਤੇ ਇਸ ਤਰ੍ਹਾਂ ਨਾਮ ਜਪਦਿਆਂ ਜਪਦਿਆਂ ਉਹਨਾਂ ਨੂੰ ਵੀ ਸੰਸਾਰ ਵਿੱਚ ਕੋਈ ਕਸ਼ਟ ਨਹੀਂ ਪਿਆ। ਜਗਤ ਵਿੱਚ ਜਨਮਾਂ ਦੇ ਜਿਹੜੇ ਕਸ਼ਟ ਹੈ, ਜਨਮ ਮਰਨ ਦੇ, ਉਹ ਨਹੀਂ ਪਏ। ਭਗਤ ਨਾਮਦੇਵ ਜੀ ਵੀ ਮੁਕਤ ਹੋ ਗਏ। ਜਨ ਰਵਿਦਾਸ ਰਾਮ ਰੰਗ ਰਾਤਾ। ਸੋ ਜਨ ਰਵਿਦਾਸ ਜੋ ਪਰਮੇਸ਼ਰ ਦਾ ਦਾਸ, ਰਵਿਦਾਸ ਵੀ ਰਾਮ ਰੰਗ ਰਾਤਾ, ਰਾਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਈਸ਼ਵਰ ਦੇ ਰੰਗ ਵਿੱਚ, ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਇਉਂ ਗੁਰਪ੍ਰਸਾਦਿ ਨਰਕ ਨਹੀਂ ਜਾਤਾ। ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਫਿਰ ਨਰਕਾਂ ਵਿੱਚ ਨਹੀਂ ਪਈਦਾ, ਭਾਵ ਆਤਮਿਕ ਦੁੱਖ ਕਲੇਸ਼ ਜਿਹੜੇ ਹਨ ਉਹਨਾਂ ਤੋਂ ਬੰਦਾ ਬਚ ਜਾਂਦਾ ਹੈ। ਰਾਮ ਦੇ ਰੰਗ ਵਿੱਚ ਰੰਗੇ ਜਾਣ ਕਾਰਨ, ਗੁਰਬਾਣੀ ਦਾ ਉਪਦੇਸ਼ ਧਾਰਨ ਕਰਨ ਨਾਲ ਫਿਰ ਨਰਕ ਨਹੀਂ ਜਾਤਾ, ਫਿਰ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ। तो अगला शब्द जिहड़ा है ਉਹਦੇ ਮੋਰੇ ਸੁਰਲੇਖ ਨਹੀਂ ਕੋਈ ਲਿਖਿਆ ਹੋਇਆ, ਪਰ ਇਸੇ ਲੜੀ ਵਿੱਚ ਇਹ 6ਵਾਂ ਸ਼ਬਦ ਹੈ। ये लड़ी चल रही है। माटी को पुतरा कैसे नचत है।
ये पुतरा है। पुतरा मतलब पुतला, माटी को पुतरा, ये मिट्टी का पुतला। मिट्टी का पुतला जिहड़ा है कैसे नचता है, मोह माया विच फसिया होया। ये मिट्टी का पुतला ये किस तरह हासोहीणा हो के नच रहा है, नच रहा पा भटक रहा है हासोहीणा हो के। मिट्टी का पुतला हासोहीणा हो के ये किवें भटक रहा है। देखो मोह माया विच फसिया होया किदां भटक रहा है। देखै देखै सुनै बोलै, तो माया मोह माया नूं ये चार चुफेरियों ढूंढदा पिया है। देखै देखै सुनै बोलै, दौड़ियो फिरत है। तो ये चार चुफेरे सिर्फ माया नूं ही ढूंढ रहा है। माया दीयां गल्लां ही सुननियां इहनूं चंगियां लगदियां हन। माया कमाउण दीयां ही ये ਗੱਲਾਂ ਕਰ ਰਿਹਾ ਹੈ, ਦੌੜਾ ਫਿਰਦਾ ਹੈ। ਤੇ ਦੌੜ ਭੱਜ ਕਰਦਾ ਹਰ ਵੇਲੇ ਕਾਹਦੀ ਖਾਤਰ, ਮਾਇਆ ਦੀ ਖਾਤਰ ਹੀ ਇਹ ਭੱਜਾ ਫਿਰਦਾ ਹੈ। ਮਾਇਆ ਕਮਾਉਣੀ ਕੋਈ ਮਾੜੀ ਗੱਲ ਨਹੀਂ ਆਪਣੇ ਰੁਜ਼ਗਾਰ ਵਾਸਤੇ, ਪਰ ਨਿਰੀ ਮਾਇਆ ਵੀ ਜੀਵਨ ਦਾ ਮਨੋਰਥ ਨਹੀਂ ਹੈ। ਜੇ ਗੁਰੂ ਦਾ ਪਿਆਰ ਨਹੀਂ ਹੈ, ਰੱਬ ਦਾ ਸ਼ੁਕਰਾਨਾ ਨਹੀਂ ਹੈ, ਇਹ ਮਾਇਆ ਵੀ ਪੁੱਠੇ ਪਾਸੇ ਪਾ ਦਿੰਦੀ ਹੈ। ਰਹਾਉ ਜਬ ਕਛ ਪਾਵੈ ਤਬ ਗਰਭ ਕਰਤ ਹੈ। ਜਦੋਂ ਇਸ ਪ੍ਰਾਣੀ ਨੂੰ ਕੁਝ ਮਿਲ ਜਾਂਦਾ ਹੈ, ਧਨ ਆਦਿਕ ਲੱਭ ਜਾਂਦਾ ਹੈ, ਮਿਲ ਜਾਂਦਾ ਹੈ, ਤਾਂ ਇਹ ਫੁੱਲਿਆ ਨਹੀਂ ਸਮਾਉਂਦਾ ਫਿਰ। ਪਰ ਮਾਇਆ ਗਈ ਤਬ ਰੋਵਨ ਲਗਤ ਹੈ। ਪਰ ਜੇ ਗੁਆਰ ਜਾਵੇ ਮਿਲਿਆ ਧਨ ਫਿਰ ਰੋਣ ਲੱਗ ਜਾਂਦਾ ਹੈ, ਫਿਰ ਦੁਖੀ ਹੋ ਜਾਂਦਾ ਹੈ। ਤੋ ਆ ਜਾਏ ਤਾਂ ਹੱਸਦਾ ਹੈ, ਚਲੇ ਜਾਏ ਤਾਂ ਰੋਂਦਾ ਹੈ। ਇਹ ਸਾਵੀਂ ਅਵਸਥਾ ਇਹਦੀ ਨਹੀਂ ਰਹਿੰਦੀ, ਕਿਉਂਕਿ ਇਹ ਭਟਕਦਾ ਪਿਆ ਹੈ। ਮਨ ਬਚ ਕਰਮ ਰਸ ਕਸੇ ਲੁਭਾਨਾ। ਸੋ ਆਪਣੇ ਮਨ ਦੇ ਰਾਹੀਂ, ਆਪਣੇ ਬਚਨਾਂ ਦੇ ਰਾਹੀਂ, ਆਪਣੇ ਕਰਮਾਂ ਦੇ ਰਾਹੀਂ ਇਹ ਚਸਕਿਆਂ ਵਿੱਚ ਰਸਾਂ ਕਸਾਂ ਵਿੱਚ ਫਸਿਆ ਹੋਇਆ ਹੈ। ਮਨ ਵੀ ਤਾਂ ਕਹਿੰਦਾ ਰਸਾਂ ਕਸਾਂ 'ਚ ਫਸਿਆ ਰਹਾਂ, ਤੇ ਇਹ ਬੋਲ ਵੀ ਇੱਦਾਂ ਦੀ ਬੋਲਦਾ ਹੈ ਕਿ ਇਸ ਨੂੰ ਰਸ ਕਾਸੇ ਮਿਲਦੇ ਰਹਿਣ। ਤੇ ਇਹ ਕਰਮ ਵੀ ਐਸੇ ਕਰਦਾ ਹੈ ਕਿ ਇਹ ਜਿਹੜੇ ਇਹਨੂੰ ਚਸਕੇ ਮਿਲਦੇ ਰਹਿਣ, ਚਸਕਿਆਂ ਵਿੱਚ ਹੀ, ਮੋਹ ਮਾਇਆ ਦੇ ਚਸਕਿਆਂ ਵਿੱਚ ਹੀ ਫਸਿਆ ਰਹੇ। ਇਸ ਤਰ੍ਹਾਂ ਦੇ ਕਰਮ ਇਹ ਕਰ ਰਿਹਾ ਹੈ। ਬਿਨਸ਼ ਗਿਆ ਜਾਇ ਕਹੂੰ ਸਮਾਨਾ। ਤੇ ਜਦੋਂ ਮੌਤ ਆਉਂਦੀ ਹੈ ਉਦੋਂ ਫਿਰ ਸਰੀਰ ਤਾਂ ਟਹਿ ਪੈਂਦਾ ਹੈ, ਤੇ ਇਹ ਫਿਰ ਸਰੀਰ ਦੇ ਵਿੱਚੋਂ ਇਹਦੀ ਰੂਹ ਨਿਕਲ ਜਾਂਦੀ ਹੈ, ਤੇ ਇਹ ਫਿਰ ਪਤਾ ਨਹੀਂ ਕਿੱਥੇ ਜਾ ਕੇ ਰੂਹ ਸਮਾ ਜਾਂਦੀ ਹੈ। ਪ੍ਰਭੂ ਚਰਨਾਂ ਵਿੱਚ ਨਹੀਂ ਅਪੜਦੀ, ਕਿਤੇ ਕੁਥਾਂ ਹੀ ਜਾ ਕੇ ਟਿਕ ਜਾਂਦੀ ਹੈ, ਪਤਾ ਨਹੀਂ ਕਿੱਥੇ ਚਲ ਜਾਂਦੀ ਹੈ। ਬਿਨਸ਼ ਗਿਆ ਜਾਏ ਕਹੂੰ ਸਮਾਨਾ। ਇਹਦੀ ਰੂਹ ਕਿੱਥੇ ਚਲੇ ਜਾਂਦੀ ਹੈ ਇਹ ਕਿਸੇ ਨੂੰ ਕੋਈ ਨਹੀਂ ਪਤਾ। ਭਾਵ ਇੱਥੇ ਨੈਗੇਟਿਵ ਸੈਂਸ 'ਚ ਗੱਲ ਕੀਤੀ ਗਈ ਆ, ਕਿਤੇ ਕੁਥਾਂ ਹੀ ਜਾ ਕੇ ਇਹ ਰੂਹ ਟਿਕ ਜਾਂਦੀ ਹੈ, ਚੰਗੇ ਥਾਂ ਨਹੀਂ। ਕਹਿ ਰਵਿਦਾਸ ਬਾਜ਼ੀ ਜਗ ਭਾਈ। ਕਹਿ ਰਵਿਦਾਸ, ਰਵਿਦਾਸ ਆਖਦਾ ਹੈ, ਇਹ ਲੋਕੋ, ਇਹ ਭਰਾਵੋ, ਇਹ ਸੰਸਾਰ ਜਿਹੜਾ ਹੈ ਇਹ ਤਾਂ ਇੱਕ ਬਾਜ਼ੀ ਹੈ, ਇਹ ਤਾਂ ਇੱਕ ਖੇਡ ਹੈ। ਬਾਜ਼ੀਗਰ ਸੌ ਮੋਹ ਪ੍ਰੀਤ ਬਨ ਆਈ। ਇਹ ਤਾਂ ਖੇਡ ਹੈ, ਬੰਦਾ ਖੇਡ ਖੇਡ ਰਿਹਾ ਆਪਣੇ ਜੀਵਨ ਦੀ। ਇਹ ਸੰਸਾਰ ਇੱਕ ਬਾਜ਼ੀ ਹੈ। ਤੇ ਰਵਿਦਾਸ ਜੀ ਕਹਿੰਦੇ ਹਨ, ਇਹ ਭਾਵੇਂ ਸੰਸਾਰ ਇੱਕ ਖੇਡ ਹੈ, ਪਰ ਮੇਰੀ ਤਾਂ ਜਿਹੜਾ ਬਾਜ਼ੀਗਰ ਹੈ ਨਾ, ਇਹ ਖੇਡਾਂ ਦੇ ਬਣਾਉਣ ਵਾਲਾ ਬਾਜ਼ੀਗਰ, ਬਾਜ਼ੀਆਂ ਬਣਾਉਣ ਵਾਲਾ ਜਿਹੜਾ ਬਾਜ਼ੀਗਰ ਹੈ, ਮੇਰੀ ਤਾਂ ਪ੍ਰੀਤ ਬਸ ਉਹ ਬਾਜ਼ੀਗਰ ਨਾਲ ਲੱਗੀ ਹੋਈ ਹੈ ਜਿਹੜਾ ਬਾਜ਼ੀਆਂ ਬਣਾਉਣ ਵਾਲਾ। ਬਾਜ਼ੀਗਰ ਸੋ ਮੋਹ ਪ੍ਰੀਤ ਬਣ ਆਈ। ਤੋ ਸੰਸਾਰ ਜਿਹੜਾ ਹੈ ਇੱਕ ਖੇਡ ਹੈ। ਤੇ ਗੁਰੂ ਰਵਿਦਾਸ ਜੀ ਕਹਿੰਦੇ ਹਨ, ਸੰਸਾਰ ਦੇ ਵਿੱਚ
ਸੰਸਾਰ ਦੀ ਮੋਹ ਮਾਇਆ ਦੀ ਥਾਂ ਮੇਰੀ ਜਿਹੜੀ ਪ੍ਰੀਤ ਹੈ ਇਹ ਤਾਂ ਇਹ ਖੇਡਾਂ ਦੇ ਬਣਾਉਣ ਵਾਲੇ ਨਾਲ ਲੱਗੀ ਹੋਈ ਹੈ, ਬਾਜ਼ੀਗਰ ਨਾਲ ਲੱਗੀ ਹੋਈ ਹੈ। ਮੈਂ ਸੰਸਾਰ ਦੀਆਂ ਮੋਹ ਮਾਇਆ ਦੀਆਂ ਖੇਡਾਂ ਵਿੱਚ ਖਚਿਤ ਨਹੀਂ ਹੁੰਦਾ। ਅੱਗੇ 525 ਪੰਨਾ ਗੁਰੂ ਗ੍ਰੰਥ ਸਾਹਿਬ ਜੀ ਦਾ। ਇੱਥੋਂ ਫਿਰ ਗੂਜਰੀ ਰਾਗ ਜਿਹੜਾ ਹੈ ਇਹ ਸ਼ੁਰੂ ਹੁੰਦਾ ਹੈ। ਇੱਕ ਓੰਕਾਰ ਸਤਿ ਗੁਰ ਪ੍ਰਸਾਦਿ। ਰੱਬ ਇੱਕ ਹੈ, ਦੇਵੀ ਦੇਵਤਿਆਂ ਵਿੱਚ ਕੋਈ ਵੀ ਰੱਬ ਨਹੀਂ ਹੈ, ਕਿਉਂਕਿ ਦੇਵੀ ਦੇਵਤਿਆਂ ਦੀ ਗਿਣਤੀ ਤਾਂ ਪਤਾ ਨਹੀਂ ਹੈ ਕਿੰਨੀ ਕੁ ਹੈ, ਰੱਬਾਂ ਦੀ ਗਿਣਤੀ ਨਹੀਂ ਹੈ। ਰੱਬ ਕੇਵਲ ਇੱਕ ਹੈ, ਪਰ ਹੈ ਕਿੱਦਾਂ ਦਾ? ਓੰਕਾਰ, ਸਦਾ ਹੀ ਕਾਇਮ ਰਹਿਣ ਵਾਲਾ, ਸਦਾ ਹੀ ਅਟਲ ਹੈ, ਕਿਤੇ ਦੁਨੀਆ ਤੋਂ ਪਰੇ ਜਾਣ ਵਾਲਾ ਨਹੀਂ। ਸਤ ਹੈ, ਹੋਂਦ ਵਾਲਾ ਹੈ। ਗੁਰੂ ਦੀ ਕਿਰਪਾ ਨਾਲ ਇਸ ਨਾਲ ਸਮਝ ਬਣਦੀ ਹੈ, ਪਤਾ ਲੱਗਦਾ ਹੈ ਰੱਬ ਕੀ ਹੈ, ਚਾਨਣਾ ਹੁੰਦਾ ਹੈ। ਗੁਜਰੀ ਸ਼੍ਰੀ रविदास जी के पदे घर तीजा। तो श्री रविदास जी की ये बाणी है, गुजरी राग विच है ते तीजे घर विच लिखी है। एक घर का संबंध जिहड़ा गाउण नाल हुंदा है, ताल नाल हुंदा है। दूध तां बछड़ा थन हों बिटारियो। ਇੱਥੇ ਵੀ ਕੁਝ ਕਰਮ ਕਾਂਡਾਂ ਦੀ ਗੱਲ ਕੀਤੀ ਗਈ ਹੈ, ਉਹਨਾਂ ਤੋਂ ਕਿਵੇਂ ਬਚਣਾ ਹੈ ਤੇ ਸਹੀ ਰਸਤਾ ਕਿਹੜਾ ਹੈ। ਇਸ ਕਰਕੇ ਜਿਹੜੀ ਨਕਲੀ ਕਹਾਣੀਆਂ ਬਣਾਈਆਂ ਗਈਆਂ ਉਹ ਗੁਰਬਾਣੀ ਰੱਦ ਕਰਦੀ ਹੈ ਉਹਨਾਂ ਨੂੰ। ਦੁੱਧ ਜਿਹੜਾ ਹੈ ਉਹ ਥਣਾ ਤੋਂ ਹੀ ਬੱਚੇ ਨੇ ਝੂਠਾ ਕਰ ਦਿੱਤਾ ਹੈ। ਕਹਿੰਦੇ ਹਨ ਵੀ ਤਾਜ਼ੀ ਮੱਝ ਗਾਂ ਸੂਈ ਹੈ, ਦੁੱਧ ਲੈ ਕੇ ਜਾਓ, ਚੜਾਓ, ਜਾ ਕੇ ਪੂਜਾ ਵਿੱਚ ਲੈ ਕੇ ਜਾਓ, ਤੇ ਉਹ ਦੁੱਧ ਦਾ ਤਾਜ਼ਾ ਜਿਹੜਾ ਹੈ ਉਹ ਤਾਂ ਪਹਿਲਾਂ ਬਛੜਾ ਚੁੰਘਦਾ ਹੈ। ਤਾਂ ਕਹਿੰਦੇ ਹਨ ਕਿ ਦੁੱਧ ਤਾਂ ਥਣਾ ਤੋਂ ਬੱਚੇ ਨੇ ਝੂਠਾ ਕਰ ਛੱਡਿਆ ਹੋਇਆ, ਤੇ ਦੁੱਧ ਨਾਲ ਫਿਰ ਪੂਜਾ ਕਿਵੇਂ ਹੋ ਸਕਦੀ ਹੈ? ਝੂਠੇ ਦੁੱਧ ਨਾਲ ਪੂਜਾ ਹੋ ਹੀ ਨਹੀਂ ਸਕਦੀ। ਲੋਕ ਪੂਜਾ ਕਰੀ ਜਾਂਦੇ ਹਨ। ਤੇ ਇੱਥੇ ਲੋਕਾਂ ਦੀ ਪੂਜਾ ਦੀ ਗੱਲ ਕੀਤੀ ਹੈ, ਤੇ ਸਹੀ ਪੂਜਾ ਕਿਹੜੀ ਹੈ ਉਹਦੀ ਗੱਲ ਦੱਸਦੇ ਹਾਂ। ਫੂਲ ਭਵਰੀ ਜਾਲੂ ਮੀਨ ਬਿਗਾਰਿਓ। ਭੌਰਾ ਜਿਹੜਾ ਇਹਨੇ ਤਾਂ ਫੁੱਲ ਸੁੰਘ ਕੇ ਝੂਠੇ ਕਰ ਦਿੱਤੇ ਹੈ, ਤੇ ਲੋਕ ਫੁੱਲ ਲੈ ਕੇ ਜਾਂਦੇ ਹਨ ਚੜਾਉਣ ਵਾਸਤੇ, ਪੂਜਾ ਵਾਸਤੇ ਝੂਠੇ। ਉਹਨਾਂ ਨਾਲ ਕਹਿੰਦੇ ਪੂਜਾ ਕਿਵੇਂ ਹੋ ਸਕਦੀ ਹੈ? ਝੂਠੇ ਹਨ। ਜਲ ਮੀਨ ਬਿਗਾਰਿਓ। ਮੱਛੀ ਜਿਹੜੀ ਹੈ ਇਹ ਪਾਣੀ 'ਚ ਫਿਰਦੀ ਰਹਿੰਦੀ ਹੈ, ਪਾਣੀ ਨੇ ਪਾਣੀ ਖਰਾਬ ਕੀਤਾ ਹੋਇਆ ਮੱਛੀ ਨੇ। ਮਾਈ ये मेरी माता गोविंद पूजा कहाँ लै चढ़ावों। ये मेरी माँ गोविंद पूजा कहाँ लै चढ़ावों। मैं परमात्मा की पूजा करन लई कित्थों कोई चीज़ जिहड़ी आ वो भेटा करां, किहड़ी चीज़ भेटा करां? दुध करां, पानी लिजावां, ये तां झूठे होए पए हन। कित्थों किहड़ी चीज़ मैं लैके जावां? है मेरी माँ सवाल करदे हन। अबर ना फूल अनूप ना पावां। कोई होर सुच्चा फुੱਲ ਜਿਹੜਾ ਆ ਉਹ ਤਾਂ ਕੋਈ ਮਿਲਦਾ ਨਹੀਂ, ਸਾਰੇ ਭੌਰੇ ਨੇ ਝੂਠੇ ਕੀਤੇ ਪਏ ਹਨ। ਅਨੂਪ ਨਾ ਪਾਵਾਂ। ਤੇ ਮੈਂ ਫਿਰ ਇਸ ਘਾਟ ਕਰਕੇ ਜੇ ਮੈਨੂੰ ਫੁੱਲ ਚੰਗੇ ਸੁੱਚੇ ਨਹੀਂ ਮਿਲਦੇ ਤਾਂ ਮੈਂ ਫਿਰ ਉਸ ਮਾਲਕ ਨੂੰ ਕੀ ਪ੍ਰਾਪਤ ਨਹੀਂ ਕਰ ਸਕਾਂਗਾ? ਇਹ ਇੱਥੇ ਸਵਾਲ ਖੜਾ ਕੀਤਾ ਹੈ। ਇਹਦਾ ਜਵਾਬ ਇਹਦੇ ਵਿੱਚ ਹੀ ਹੈ ਕਿ ਇਹ ਝੂਠੇ ਫੁੱਲਾਂ ਨਾਲ ਸੇਵਾ ਨਹੀਂ ਹੁੰਦੀ। ਈਸ਼ਵਰ ਦੀ ਸੇਵਾ ਕਰਨ ਦਾ ਹੋਰ ਢੰਗ ਹੈ, ਉਹ ਅੱਗੇ ਜਾ ਕੇ ਦੱਸਿਆ। ਰਹਾਉ ਮੈਲਾ ਗਰ ਬੇਹਰੇ ਹੈ ਭੁਯੰਗਾ। ਜਿਹੜੇ ਮੈਲਾਗਰ ਚੰਦਨ ਦੇ ਬੂਟੇ ਹਨ ਉਹਨਾਂ ਨੂੰ ਭੁਯੰਗਾ ਸੱਪ ਚੰਬੜੇ ਹੋਏ ਰਹਿੰਦੇ ਹਨ। ਸੱਪ ਜਿਹੜੇ ਉਹ ਲਿਪਟੇ ਹੋਏ ਰਹਿੰਦੇ ਉਹਨਾਂ ਨਾਲ, ਕਿਉਂਕਿ ਉਹਨਾਂ ਨੂੰ ਚੱਟਦੇ ਰਹਿੰਦੇ ਹਨ। ਠੰਡੇ ਹੁੰਦੇ ਹਨ ਚੰਦਨ ਦੇ ਬੂਟੇ, ਤੇ ਚੱਟ ਚੱਟ ਕੇ ਉਹਨਾਂ ਨੇ ਚੰਦਨ ਨੂੰ ਝੂਠਾ ਕੀਤਾ ਹੋਇਆ।
ਬਿਕ ਅੰਮ੍ਰਿਤ ਬਸਹਿ ਇੱਕ ਸੰਗਾ। ਤੇ ਜ਼ਹਿਰ ਤੇ ਅੰਮ੍ਰਿਤ ਜਿਹੜੇ ਆ ਇਹ ਸਮੁੰਦਰ ਵਿੱਚ ਇਹ ਵੀ ਇਕੱਠੇ ਹਨ। ਸਮੁੰਦਰ ਵਿੱਚ ਜ਼ਹਿਰ ਵੀ ਹੈ, ਸਮੁੰਦਰ ਵਿੱਚ ਅੰਮ੍ਰਿਤ ਵੀ ਹੈ। ਇਹ ਕਹਾਣੀਆਂ ਚੱਲਦੀਆਂ, ਸਮੁੰਦਰ ਰਿੜਕਿਆ, ਉਹ ਚੋਂ ਜ਼ਹਿਰ ਵੀ ਨਿਕਲੀ, ਅੰਮ੍ਰਿਤ ਵੀ ਨਿਕਲਿਆ। ਇਹ ਮਤਲਬ ਸਮੁੰਦਰ ਵਿੱਚ ਜ਼ਹਿਰ ਵੀ ਅੰਮ੍ਰਿਤ ਇਕੱਠੇ ਰਹਿੰਦੇ ਹਨ, ਤੇ ਸਮੁੰਦਰ ਵੀ ਕਿਵੇਂ ਪਵਿੱਤਰ ਹੋ ਗਿਆ, ਇਹਦਾ ਪਾਣੀ ਕਿਵੇਂ ਪਵਿੱਤਰ ਹੋ ਗਿਆ। ਫਿਰ ਕਹਿੰਦੇ ਹਨ ਧੂਪ ਦੀਪ ਨਹੀਂ ਬੇਦਹਿ ਬਾਸਾ। ਹੁਣ ਗੱਲ ਆ ਗਈ ਸੁਗੰਧੀ ਦੀ। ਅਗਰਬੱਤੀ ਜਗਾਉਂਦੇ ਹਨ, ਧੂਪ ਦਿਖਾਉਂਦੇ ਹਨ, ਉਹਦੀ ਗੱਲ ਸੁਣ ਲਓ। ਇਹਨਾਂ ਨਾਲ ਕੋਈ ਪੂਜਾ ਨਹੀਂ ਹੁੰਦੀ, ਧੂਪ ਦਿਖਾਉਣ ਨਾਲ, ਅਗਰਬੱਤੀ ਜਗਾਉਣ ਨਾਲ ਕੋਈ ਪੂਜਾ ਨਹੀਂ ਹੁੰਦੀ। ਇਹ ਬਾਣੀ ਪੜ੍ਹੋ, ਧੂਪ ਦੀਪ ਨਹੀਂ ਬੇਦਹਿ ਬਾਸਾ। ਤੋ ਸੁਗੰਧੀ ਜਦੋਂ ਆਉਂਦੀ ਹੈ, ਧੂਪ ਦੀਪ ਦੀ ਸੁਗੰਧੀ ਆਉਂਦੀ ਹੈ, ਤੇ ਨੈਵੇਦ ਕੀ ਹੁੰਦਾ ਆ, ਇਹ ਪਦਾਰਥ ਹੁੰਦੇ ਹਨ ਖਾਣ ਵਾਲੇ, ਜਿਹੜੇ ਮੂਰਤੀਆਂ ਅੱਗੇ ਲੋਕ ਜਾ ਕੇ ਟਿਕਾਉਂਦੇ ਹਨ। ਤੇ ਇਹਨਾਂ ਚੀਜ਼ਾਂ ਜਦੋਂ ਬਣਦੀਆਂ ਹਨ, ਇਹਨਾਂ ਦੀ ਸੁਗੰਧੀ ਵਾਸ਼ਨਾ ਜਿਹੜੀ ਉਹ ਪਹਿਲਾਂ ਹੀ ਆ ਜਾਂਦੀ ਹੈ। ਤੇ ਵਾਸ਼ਨਾ ਪਹਿਲਾਂ ਆ ਜਾਂਦੀ, ਇਹ ਤਾਂ ਫਿਰ ਵਾਸ਼ਨਾ ਆਉਣ ਕਰਕੇ ਇਹ ਵੀ ਝੂਠੇ ਹੋ ਜਾਂਦੇ ਹਨ। ਧੂਪ ਦੀਪ ਨਹੀਂ ਬੇਦਹਿ ਬਾਸਾ। ਬਾਸਾ ਦਾ ਮਤਲਬ ਹੈ ਵਾਸ਼ਨਾ। ਤੋ ਇਹ ਜਿਹੜਾ ਨਹੀਂ ਵੇਦ ਹੈ, ਇਸ ਨੂੰ ਕਿਹਾ ਗਿਆ ਬੁੱਤ ਅੱਗੇ, ਦੇਵੀ ਦੇਵਤਿਆਂ ਅੱਗੇ ਇਹ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਉਹਦੀ ਭੇਟਾ, ਉਹਨੂੰ ਕਹਿੰਦੇ ਆ ਨਹੀਂ ਵੇਦ ਹੈ। ਕੈਸੇ ਪੂਜ ਕਰਹਿ ਤੇਰੀ ਦਾਸਾ। ਇਹ ਮੇਰੀ ਮਾਂ ਦੱਸ ਮੈਨੂੰ, ਮੈਂ ਫਿਰ ਇਹ ਪੂਜਾ ਕਿੱਦਾਂ ਕਰਾਂ। ਕੈਸੇ ਪੂਜ ਕਰਹਿ ਤੇਰੀ ਦਾਸਾ। ਇਹ ਪ੍ਰਭੂ, ਇਹ ਮੇਰੇ ਮਾਲਕ, ਮੈਨੂੰ ਦੱਸ ਫਿਰ ਮੈਂ ਤੇਰੀ ਪੂਜਾ ਕਿੱਦਾਂ ਕਰ ਸਕਦਾ ਹਾਂ। ਇਹ ਸਾਰਾ ਕੁਝ ਝੂਠਾ ਹੈ ਜਿਹੜਾ ਲੋਕ ਚੁੱਕੀ ਫਿਰਦੇ ਹਨ। ਹੁਣ ਜਿੱਥੇ ਸਵਾਲ ਖੜਾ ਕੀਤਾ ਹੈ, ਉੱਥੇ ਹੁਣ ਇਹਦਾ ਜਵਾਬ ਵੀ ਗਾਂ ਆ ਰਿਹਾ ਹੈ। ਇਹ ਸਾਡੇ ਲੋਕਾਂ ਵੱਲੋਂ ਸਵਾਲ ਇੱਕ ਤਰ੍ਹਾਂ ਦਾ, ਤੇ ਸਾਨੂੰ ਇਹ ਜਵਾਬ ਹੈ। ਤਨ ਮਨ ਅਰਪਉ ਪੂਜ ਚੜਾਵੋਂ। ਇਹ ਮੇਰੇ ਮਾਲਕਾ, ਮੈਂ ਤਾਂ ਆਪਣਾ ਤਨ ਅਤੇ ਮਨ ਇਹੀ ਭੇਟਾ ਕਰਦਾ ਹਾਂ। ਮੇਰੇ ਕੋਲ ਤਾਂ ਇਹ ਹੋਈ ਹੈ। ਮੇਰੇ ਕੋਲ ਕੋਈ ਸੁੱਚੇ ਫੁੱਲ ਨਹੀਂ, ਸੁੱਚਾ ਮੇਰੇ ਕੋਲ ਪਾਣੀ ਨਹੀਂ, ਸੁੱਚਾ ਮੇਰੇ ਕੋਲ ਭੋਜਨ ਨਹੀਂ, ਸੁੱਚੇ ਮੇਰੇ ਕੋਲ ਫੁੱਲ ਆਦਿਕ ਨਹੀਂ। ਤੇ ਮੈਂ ਤਾਂ ਸਿਰਫ ਆਪਣਾ ਤਨ ਤੇ ਮਨ ਜਿਹੜਾ ਇਹੀ ਅਰਪਣ ਕਰਦਾ ਹਾਂ, ਭੇਟਾ ਕਰਦਾ ਤੇਰੀ ਪੂਜਾ ਵਜੋਂ। ਤਨ ਮਨ ਅਰਪਉ ਪੂਜ ਚੜਾਵੋਂ, ਗੁਰ ਪ੍ਰਸਾਦੀ ਨਿਰੰਜਨ ਪਾਵੋਂ। ਤੇ ਇਸ ਤਨ ਮਨ ਦੇ ਭੇਟਾ ਨਾਲ ਹੀ, ਗੁਰੂ ਦੀ ਮਿਹਰ ਨਾਲ, ਗੁਰੂ ਦੀ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਮੈਂ ਤੈਨੂੰ ਪਾ ਸਕਦਾ, ਤੈਨੂੰ ਲੱਭ ਸਕਦਾ। ਇੱਕੋ ਹੀ ਤਰੀਕਾ ਹੈ, ਪੂਜਾ ਅਰਚਾ ਆਹਿ ਨ ਤੋਰੀ। ਕਹਿ ਰਵਿਦਾਸ ਕਵਨ ਗਤੀ ਮੋਰੀ। ਸੋ ਪੂਜਾ ਅਰਚਾ, ਤੇ ਜੇ ਇਹ ਪ੍ਰਭੂ ਸੁੱਚੇ ਦੁੱਧ, ਫੁੱਲ, ਧੂਪ, ਚੰਦਨ, ਨੈਵੇਦ ਆਦਿਕ ਨਾਲ ਹੀ, ਇਹਨਾਂ ਦੀ ਭੇਟਾ ਨਾਲ ਹੀ ਤੇਰੀ ਪੂਜਾ ਹੋ ਸਕਦੀ, ਤਾਂ ਇਹ ਤਾਂ ਕਿਤਿਓਂ ਵੀ ਨਹੀਂ ਚੀਜ਼ਾਂ ਮਿਲਦੀਆਂ। ਫਿਰ ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਨਹੀਂ ਹੋ ਸਕਣੀ ਸੀ। ਤੇ ਫਿਰ ਮੇਰਾ ਕੀ ਹਾਲ ਹੁੰਦਾ। ਪੂਜਾ ਅਰਚਾ ਆਹਿ ਨ ਤੋਰੀ, ਕਹਿ ਰਵਿਦਾਸ ਕਵਨ ਗਤੀ ਮੋਰੀ। ਫਿਰ ਮੇਰੀ ਕੀ ਹਾਲਤ ਹੁੰਦੀ, ਮੇਰੀ ਕੀ ਦਸ਼ਾ ਹੁੰਦੀ। ਪਰ ਮੈਂ ਤਾਂ ਆਪਣਾ ਤਨ ਤੇ ਮਨ ਤੈਨੂੰ ਭੇਟਾ ਕਰਦਾ। ਮੇਰੇ ਕੋਲ ਪੂਜਾ ਦਾ ਇਹੋ ਹੀ ਸਾਧਨ ਹੈ, ਇਸ ਤੋਂ ਬਿਨਾਂ ਮੇਰੇ ਕੋਲ ਹੋਰ ਕੋਈ ਨਹੀਂ। ਸਭ ਤੋਂ ਵੱਡੀ ਗੱਲ ਹੈ ਆਪਣਾ ਮਨ ਭੇਂਟ ਕਰਨਾ, ਆਪਣਾ ਤਨ ਭੇਟ ਕਰਨਾ, ਸੇਵਾ ਵਿੱਚ ਲਾਉਣਾ ਤਨ। ਮਨ ਭੇਟ ਕਰਨ ਦਾ ਮਤਲਬ ਹੈ ਆਪਣੀ ਮੱਤ ਨੂੰ ਤਿਆਗਣਾ ਤੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਨਾ। ਇਹ ਸਭ ਤੋਂ ਵੱਡੀ ਪੂਜਾ ਦਾ ਢੰਗ ਹੈ। ਇਸ ਤੋਂ ਬਿਨਾਂ ਪੂਜਾ ਜਿਹੜੀ ਹੈ ਉਹ ਸਾਰੀ ਵਿਅਰਥ ਹੈ। ਤੋ ਇਥੋਂ ਬਣਾਈਆਂ ਗਈਆਂ ਕਹਾਣੀਆਂ ਨਕਲੀ ਕਿ ਗੁਰੂ ਰਵਿਦਾਸ ਜੀ ਮੂਰਤੀ ਘਰ ਰੱਖਦੇ ਸਨ, ਪੂਜਾ ਕਰਦੇ ਸਨ, ਉਹਨਾਂ ਧੂਪ ਦਿੰਦੇ ਸਨ, ਫੁੱਲ ਚੜਾਉਂਦੇ ਸਨ, ਇਹ ਸਾਰੀਆਂ ਗੱਲਾਂ ਝੂਠੀਆਂ ਜਿਹੜੀਆਂ ਲਿਖਾਰੀਆਂ ਲਿਖ ਮਾਰੀਆਂ। ਕਿਉਂ ਲਿਖ ਮਾਰੀਆਂ? ਕਿਉਂਕਿ ਉਹਨਾਂ ਗੁਰਬਾਣੀ ਨਹੀਂ ਸਮਝੀ।
ਜੇ ਗੁਰਬਾਣੀ ਸਮਝੀ ਹੁੰਦੀ ਤਾਂ ਫਿਰ ਉਹ ਇਦਾਂ ਦੀਆਂ ਝੂਠੀਆਂ ਕਹਾਣੀਆਂ ਨਾ ਲਿਖਦੇ। ਇਸ ਤੋਂ ਅਗਲਾ ਭਾਗ ਜਿਹੜਾ ਉਹ ਅਗਾਂਹ ਫਿਰ ਇਸ ਦੀ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲ ਚੁੱਕ ਦੀ ਖਿਮਾ।